ਗੁੰਜਨ ਪੰਛੀ ਦਾ ਵਜ਼ਨ 1 ਤੋਲੇ ਦੇ ਬਰਾਬਰ ਹੁੰਦਾ ਹੈ। ਆਪਣੇ ਇਸੇ ਘੱਟ ਵਜ਼ਨ ਕਰਕੇ ਉਹ ਆਪਣੇ ਖੰਭਾਂ ਨੂੰ 1 ਸੈਕਿੰਡ ਵਿੱਚ 75 ਵਾਰ ਫੜਫੜਾ ਸਕਦੀ ਹੈ, ਜਿਹੜਾ ਸੋਚਣ ਵਿੱਚ ਵੀ ਅਸੰਭਵ ਲੱਗਦਾ ਹੈ। ਇਹ ਉੱਚੀ ਉਡਾਨ ਭਰਨ, ਹਵਾ ਵਿੱਚ ਕੁੱਦਣ ਅਤੇ ਛਲਾਂਗ ਲਗਾਉਣ ਵਰਗੇ ਕੰਮ ਤਾਂ ਨਹੀਂ ਕਰ ਸਕਦੀ, ਪਰ ਫੁੱਲਾਂ ਉੱਪਰ ਮੰਡਰਾਉਂਦੇ ਹੋਏ ਹੀ ਉਹਨਾਂ ਦਾ ਰਸ ਚੂਸ ਲੈਂਦੀ ਹੈ। ਦੂਸਰੇ ਪਾਸੇ ਸ਼ਤਰਮੁਰਗ ਦੁਨੀਆ ਦਾ ਸਭ ਤੋਂ ਭਾਰੀ ਪੰਛੀ ਹੈ, ਜਿਹੜਾ ਲਗਭਗ 300 ਪਾਉਂਡ ਦੇ ਆਪਣੇ ਵਜ਼ਨ ਕਰਕੇ ਉੱਡ ਤੱਕ ਨਹੀਂ ਸਕਦਾ। ਹਾਲਾਂਕਿ ਇਸ ਦੀਆਂ ਲੱਤਾਂ ਇੰਨੀਆਂ ਮਜ਼ਬੂਤ ਹੁੰਦੀਆਂ ਹਨ ਕਿ ਪ੍ਰਤੀ ਘੰਟਾ 50 ਮੀਲ ਦੀ ਰਫ਼ਤਾਰ ਨਾਲ ਦੌੜ ਸਕਦਾ ਹੈ ਅਤੇ 12 ਤੋਂ 15 ਫੁੱਟ ਦੇ ਲੰਮੇ ਕਦਮ ਭਰ ਸਕਦਾ ਹੈ। ਅਗਿਆਨਤਾ ਜਾਣਕਾਰੀ ਦਾ ਵਹਿਮ ਹੋਣਾ ਸਿੱਖਿਆ ਨਹੀਂ, ਸਗੋਂ ਅਗਿਆਨਤਾ ਹੈ। ਬੇਵਕੂਫ ਲੋਕਾਂ ਦੇ ਕੋਲ ਇੱਕ ਅਜੀਬ ਕਿਸਮ ਦਾ ਆਤਮ ਵਿਸ਼ਵਾਸ ਹੁੰਦਾ ਹੈ, ਜਿਹੜਾ ਸਿਰਫ ਅਗਿਆਨਤਾ ਨਾਲ ਹੀ ਆਉਂਦਾ ਹੈ। ਅਗਿਆਨੀ ਹੋਣਾ ਓਨੀ ਸ਼ਰਮ ਵਾਲੀ ਗੱਲ ਨਹੀਂ, ਜਿੰਨੀ ਕਿਸੇ ਕੰਮ ਨੂੰ ਠੀਕ ਢੰਗ ਤੋਂ ਸਿੱਖਣ ਦੀ ਇੱਛਾ ਨਾ ਹੋਣਾ। ਬੈਂਜਾਮਿਨ ਫਰੈਂਕਲਿਨ। ਅਗਿਆਨਤਾ ਕੋਈ ਬੁਰਾਈ ਨਹੀਂ, ਪਰ ਅਗਿਆਨਤਾ ਦੇ ਨਾਲ ਭਵਿੱਖ ਬਣਾਉਣ ਦੀ ਗੱਲ ਸੋਚਣਾ ਬੇਵਕੂਫੀ ਹੈ। ਕੁਝ ਲੋਕ ਅਗਿਆਨਤਾ ਨੂੰ ਹੀ ਇਕੱਠਾ ਕਰਦੇ ਰਹਿੰਦੇ ਹਨ ਅਤੇ ਉਹਨੂੰ ਸਿੱਖਿਆ ਸਮਝਣ ਦੀ ਭੁੱਲ ਕਰ ਬੈਠਦੇ ਹਨ। ਅਗਿਆਨਤਾ ਕੋਈ ਆਨੰਦਮਈ ਚੀਜ਼ ਨਹੀਂ ਹੈ, ਇਹ ਤਾਂ ਇੱਕ ਮੁਸੀਬਤ, ਦੁੱਖ, ਗਰੀਬੀ ਅਤੇ ਬਿਮਾਰੀ ਹੈ। ਜੇ ਅਗਿਆਨਤਾ ਆਨੰਦਮਈ ਗੱਲ ਹੀ ਹੁੰਦੀ ਤਾਂ ਜ਼ਿਆਦਾਤਰ ਲੋਕ ਖੁਸ਼ ਕਿਉਂ ਨਹੀਂ ਹਨ? ਜੇ ਘੱਟ ਗਿਆਨ ਹੋਣਾ ਖਤਰਨਾਕ ਹੈ ਤਾਂ ਬਹੁਤ ਸਾਰੀ ਅਗਿਆਨਤਾ ਛੋਟਾਪਣ, ਡਰ, ਕੱਟੜਪਣ, ਅਹੰਕਾਰ ਅਤੇ ਪੱਖਪਾਤ ਵੱਲ ਲੈ ਜਾਂਦੀ ਹੈ। ਬੁੱਧੀਮਤਾ ਅਗਿਆਨਤਾ ਦੇ ਹਨੇਰੇ ਨੂੰ ਮਿਟਾਉਣਾ ਹੈ। ਅਸੀਂ ਸੂਚਨਾਵਾਂ ਦੇ ਯੁੱਗ ਵਿੱਚ ਰਹਿ ਰਹੇ ਹਾਂ। ਇੱਕ ਅਨੁਮਾਨ ਲਗਾਇਆ ਗਿਆ ਹੈ ਕਿ ਗਿਆਨ ਦੀ ਕੀਮਤ ਹਰ ਸਾਲ ਵੱਧ ਰਹੀ ਹੈ, ਜਿਵੇਂ ਕਿ ਸੂਚਨਾਵਾਂ ਹਰ ਥਾਂ ਉਪਲਬਧ ਹੋ ਰਹੀਆਂ ਹਨ। ਅਗਿਆਨਤਾ ਨੂੰ ਦੂਰ ਕਰਨਾ ਸੌਖਾ ਹੋ ਗਿਆ ਹੈ। ਇਹ ਦੇਖ ਕੇ ਦੁੱਖ ਹੁੰਦਾ ਹੈ ਕਿ ਉਸ ਨੂੰ ਹਰ ਚੀਜ਼ ਸਿਖਾਈ ਜਾਂਦੀ ਹੈ, ਪਰ ਜ਼ਰੂਰੀ ਗੱਲਾਂ ਨੂੰ ਛੱਡ ਦਿੱਤਾ ਜਾਂਦਾ ਹੈ। ਸਾਨੂੰ 3 ਗੱਲਾਂ ਜ਼ਰੂਰ ਸਿਖਾਈਆਂ ਜਾਂਦੀਆਂ ਹਨ: ਪੜ੍ਹਨਾ, ਲਿਖਣਾ ਅਤੇ ਹਿਸਾਬ ਕਿਤਾਬ ਕਰਨਾ। ਪਰ ਇਸ ਤਰ੍ਹਾਂ ਦੀ ਦਿਮਾਗੀ ਪੜ੍ਹਾਈ ਕਿਸ ਕੰਮ ਦੀ ਹੈ, ਜਿਹੜੀ ਸਾਨੂੰ ਦਇਆ, ਭਾਵਨਾ ਅਤੇ ਮਾਣ ਮਰਿਆਦਾ ਨੂੰ ਨਹੀਂ ਸਮਝਾ ਸਕਦੀ। ਸਕੂਲ ਗਿਆਨ ਦੇ ਫੁਹਾਰੇ ਹੁੰਦੇ ਹਨ। ਕੁਝ ਵਿਦਿਆਰਥੀ ਇਹਨਾਂ ਵਿੱਚੋਂ ਪਿਆਸ ਬੁਝਾਉਣ ਆਉਂਦੇ ਹਨ, ਕੁਝ 2 ਘੁੱਟ ਹੀ ਪੀਣ ਆਉਂਦੇ ਹਨ ਅਤੇ ਬਾਕੀ ਕੁਰਲਾ ਗਰਾਰੇ ਕਰਕੇ ਹੀ ਚਲੇ ਜਾਂਦੇ ਹਨ। ਸਧਾਰਨ ਬੁੱਧੀ। ਸਿੱਖਿਆ ਅਤੇ ਗਿਆਨ ਬਿਨਾਂ ਸਧਾਰਨ ਬੁੱਧੀ ਤੋਂ ਕੋਈ ਖਾਸ ਅਰਥ ਨਹੀਂ ਰੱਖਦੇ। ਸਧਾਰਨ ਬੁੱਧੀ ਹੀ ਚੀਜ਼ਾਂ ਨੂੰ ਉਵੇਂ ਦੇਖਣ ਦੀ ਯੋਗਤਾ ਬਖਸ਼ਦੀ ਹੈ ਜਿਵੇਂ ਦੀਆਂ ਉਹ ਹੁੰਦੀਆਂ ਹਨ, ਅਤੇ ਉਵੇਂ ਹੀ ਉਹਨਾਂ ਨੂੰ ਕਰਨ ਦੀ ਮੁਹਾਰਤ ਬਖਸ਼ਦੀ ਹੈ ਜਿਵੇਂ ਕਿ ਉਹਨਾਂ ਨੂੰ ਕੀਤਾ ਜਾਣਾ ਚਾਹੀਦਾ ਹੈ। ਸਾਨੂੰ 5 ਪ੍ਰਕਾਰ ਦੀਆਂ ਗਿਆਨ ਇੰਦਰੀਆਂ ਮਿਲੀਆਂ ਹੋਈਆਂ ਹਨ: ਛੂਹ ਕੇ ਵੇਖਣਾ, ਸਵਾਦ ਦੱਸਣਾ, ਦੇਖਣਾ, ਸੁੰਘਣਾ ਅਤੇ ਸੁਣਨਾ। ਪਰ ਸਫਲ ਲੋਕਾਂ ਕੋਲ 6ਵੀਂ ਗਿਆਨ ਇੰਦਰੀ ਵੀ ਹੁੰਦੀ ਹੈ, ਉਹ ਹੈ ਸਧਾਰਨ ਬੁੱਧੀ। ਸਧਾਰਨ ਬੁੱਧੀ ਬਿਨਾਂ ਕੋਈ ਸਿੱਖਿਆ ਗ੍ਰਹਿਣ ਕੀਤਿਆਂ ਵੀ ਪ੍ਰਾਪਤ ਕੀਤੀ ਜਾ ਸਕਦੀ ਹੈ। ਸਭ ਤੋਂ ਵਧੀਆ ਸਿੱਖਿਆ ਬਿਨਾਂ ਸਧਾਰਨ ਬੁੱਧੀ ਦੇ ਵਿਅਰਥ ਹੈ। ਸਧਾਰਨ ਬੁੱਧੀ ਦੀ ਬਹੁਲਤਾ ਹੀ ਬੁੱਧੀਮਤਾ ਜਾਂ ਅਕਲਮੰਦੀ ਕਹਿਲਾਉਂਦੀ ਹੈ। ਆਪਣੀ ਬੁੱਧੀ ਦੀ ਕਹਾੜੀ ਨੂੰ ਹੋਰ ਤੇਜ਼ ਕਰੋ। ਜਾਹਨ ਨਾਮ ਦਾ ਇੱਕ ਲੱਕੜਹਾਰਾ ਇੱਕ ਕੰਪਨੀ ਵਿੱਚ 5 ਸਾਲਾਂ ਤੋਂ ਕੰਮ ਕਰਦਾ ਸੀ, ਪਰ ਹਾਲੇ ਤੱਕ ਉਸ ਦੀ ਤਰੱਕੀ ਨਹੀਂ ਸੀ ਹੋਈ। ਫਿਰ ਕੰਪਨੀ ਨੇ ਬੇਲਣਾ ਦੇ ਲੱਕੜਹਾਰੇ ਨੂੰ ਕੰਮ 'ਤੇ ਰੱਖ ਲਿਆ ਅਤੇ ਉਹਦੀ 1 ਸਾਲ ਦੇ ਅੰਦਰ ਤਰੱਕੀ ਹੋ ਗਈ। ਇਹ ਦੇਖ ਕੇ ਜਾਹਨ ਨੂੰ ਬਹੁਤ ਨਿਰਾਸ਼ਾ ਹੋਈ। ਇਸ ਬਾਰੇ ਉਹ ਆਪਣੇ ਬੌਸ ਕੋਲ ਗੱਲ ਕਰਨ ਲਈ ਗਿਆ। ਬੌਸ ਨੇ ਕਿਹਾ, ਤੂੰ ਹਲੇ ਵੀ ਓਨੀ ਗਿਣਤੀ ਵਿੱਚ ਹੀ ਦਰਖਤ ਕੱਟ ਰਿਹਾ ਹੈ ਜਿੰਨੇ ਅੱਜ ਤੋਂ 5 ਸਾਲ ਪਹਿਲਾਂ ਕੱਟਦਾ ਹੁੰਦਾ ਸੀ। ਅਸੀਂ ਚੰਗੇ ਨਤੀਜਿਆਂ ਉੱਪਰ ਆਪਣੀ ਕੰਪਨੀ ਚਲਾਉਂਦੇ ਹਾਂ ਅਤੇ ਸਾਨੂੰ ਵੀ ਤੈਨੂੰ ਤਰੱਕੀ ਦੇ ਕੇ ਖੁਸ਼ੀ ਹੋਵੇਗੀ ਜੇਕਰ ਤੇਰੀ ਉਤਪਾਦਕਤਾ ਵੀ ਵੱਧ ਜਾਵੇਗੀ। ਜਾਹਨ ਆਪਣੇ ਕੰਮ 'ਤੇ ਵਾਪਸ ਮੁੜ ਆਇਆ। ਉਹਨੇ ਹੋਰ ਜ਼ਿਆਦਾ ਤੇਜ਼ ਆਪਣੀ ਕਹਾੜੀ ਮਾਰਨੀ ਸ਼ੁਰੂ ਕਰ ਦਿੱਤੀ, ਪਰ ਕਈ ਘੰਟਿਆਂ ਦੇ ਕੰਮ ਕਰਦੇ ਰਹਿਣ ਤੋਂ ਬਾਅਦ ਵੀ ਉਹ ਹੋਰ ਜ਼ਿਆਦਾ ਦਰਖਤ ਨਾ ਕੱਟ ਸਕਿਆ। ਉਹ ਆਪਣੇ ਬੌਸ ਕੋਲ ਦੁਬਾਰਾ ਗਿਆ ਅਤੇ ਆਪਣੀ ਮੁਸੀਬਤ ਬਾਰੇ ਦੱਸਿਆ। ਬੌਸ ਨੇ ਜਾਹਨ ਨੂੰ ਬਿੱਲ ਕੋਲ ਭੇਜ ਦਿੱਤਾ। ਹੋ ਸਕਦਾ ਹੈ ਕਿ ਕੁਝ ਗੱਲਾਂ ਮੇਰੇ ਤੋਂ ਅਤੇ ਤੇਰੇ ਤੋਂ ਜ਼ਿਆਦਾ ਬਿੱਲ ਚੰਗੀ ਤਰ੍ਹਾਂ ਜਾਣਦਾ ਹੋਵੇ। ਜਾਹਨ ਨੇ ਬਿੱਲ ਨੂੰ ਪੁੱਛਿਆ ਕਿ ਉਹ ਇੰਨੇ ਦਰਖਤ ਕਿਵੇਂ ਵੱਢ ਲੈਂਦਾ ਹੈ। ਬਿੱਲ ਨੇ ਜਵਾਬ ਦਿੱਤਾ, ਹਰ ਦਰਖਤ ਵੱਢਣ ਤੋਂ ਬਾਅਦ ਮੈਂ 2 ਮਿੰਟ ਆਰਾਮ ਕਰਦਾ ਹਾਂ ਅਤੇ ਆਪਣੀ ਕਹਾੜੀ ਦੀ ਧਾਰ ਤੇਜ਼ ਕਰਦਾ ਹਾਂ। ਤੂੰ ਆਪਣੀ ਕਹਾੜੀ ਨੂੰ ਪਿਛਲੀ ਵਾਰ ਕਦੋਂ ਤੇਜ਼ ਕੀਤਾ ਸੀ? ਬਿੱਲ ਦੀ ਇਹ ਗੱਲ ਗੋਲੀ ਵਾਂਗ ਜਾਹਨ ਦੇ ਦਿਮਾਗ ਵਿੱਚ ਵੱਜੀ ਅਤੇ ਉਸ ਨੂੰ ਉਸ ਦਾ ਜਵਾਬ ਮਿਲ ਗਿਆ ਸੀ। ਮੇਰਾ ਸਵਾਲ ਇਹ ਹੈ ਕਿ ਤੁਸੀਂ ਆਪਣੇ ਗਿਆਨ ਦੀ ਧਾਰ ਨੂੰ ਕਦੋਂ ਤੇਜ਼ ਕੀਤਾ ਸੀ? ਪਹਿਲਾਂ ਕੀਤੀ ਗਈ ਵਡਿਆਈ ਅਤੇ ਸਿੱਖਿਆ ਇਹ ਸਭ ਕੁਝ ਨਹੀਂ ਕਰ ਸਕਦੀ। ਸਾਨੂੰ ਲਗਾਤਾਰ ਆਪਣੇ ਗਿਆਨ ਦੀ ਧਾਰ ਨੂੰ ਤੇਜ਼ ਕਰਦੇ ਰਹਿਣਾ ਚਾਹੀਦਾ ਹੈ। ਆਪਣੇ ਦਿਮਾਗ ਨੂੰ ਚੰਗੀਆਂ ਗੱਲਾਂ ਦੀ ਖੁਰਾਕ ਦਿਓ।
ਜਿਵੇਂ ਸਾਡੇ ਸਰੀਰ ਨੂੰ ਰੋਜ਼ ਚੰਗੇ ਭੋਜਨ ਦੀ ਜ਼ਰੂਰਤ ਹੁੰਦੀ ਹੈ, ਉਸੇ ਤਰ੍ਹਾਂ ਹੀ ਸਾਡੇ ਦਿਮਾਗ ਨੂੰ ਵੀ ਚੰਗੇ ਵਿਚਾਰਾਂ ਦੀ ਲੋੜ ਹੁੰਦੀ ਹੈ। ਉੱਪਰ ਦੱਸੇ ਗਏ ਵਾਕਿਆ ਵਿੱਚ ਮਹੱਤਵਪੂਰਨ ਸ਼ਬਦ ਹਨ: ਚੰਗਾ ਭੋਜਨ ਅਤੇ ਚੰਗੇ ਵਿਚਾਰ। ਜੇ ਅਸੀਂ ਆਪਣੇ ਸਰੀਰ ਵਿੱਚ ਗੰਦਾ ਭੋਜਨ ਅਤੇ ਆਪਣੇ ਦਿਮਾਗ ਵਿੱਚ ਬੁਰੇ ਵਿਚਾਰ ਪਾਵਾਂਗੇ ਤਾਂ ਸਾਡਾ ਸਰੀਰ ਅਤੇ ਦਿਮਾਗ ਦੋਵੇਂ ਹੀ ਬਿਮਾਰ ਹੋ ਜਾਣਗੇ। ਸਾਨੂੰ ਆਪਣੇ ਦਿਮਾਗ ਨੂੰ ਸ਼ੁੱਧ ਅਤੇ ਚੰਗੀ ਸੋਚ ਵਾਲੇ ਵਿਚਾਰ ਖੁਰਾਕ ਦੇ ਰੂਪ ਵਿੱਚ ਦੇਣੇ ਚਾਹੀਦੇ ਹਨ, ਤਾਂ ਜੋ ਅਸੀਂ ਸਹੀ ਰਾਸਤੇ ਉੱਪਰ ਚੱਲ ਸਕੀਏ। ਲਗਾਤਾਰ ਅਭਿਆਸ ਦੇ ਪ੍ਰਦਰਸ਼ਨ ਦੁਆਰਾ ਸਾਨੂੰ ਉਹਨਾਂ ਨਿਯਮਾਂ ਬਾਰੇ ਜਾਣਕਾਰੀ ਮਿਲ ਸਕਦੀ ਹੈ ਜਿਨ੍ਹਾਂ ਨਾਲ ਆਸਾਨੀ ਨਾਲ ਇੱਕ ਸਫਲ ਵਿਅਕਤੀ ਬਣਿਆ ਜਾ ਸਕਦਾ ਹੈ। ਜਿਵੇਂ ਕੋਈ ਬਾਸਕਟਬਾਲ ਖੇਡਣਾ ਸਿੱਖ ਲੈਂਦਾ ਹੈ। ਗਿਆਨ ਸ਼ਕਤੀ। ਅਸੀਂ ਹਰ ਰੋਜ਼ ਸੁਣਦੇ ਹਾਂ ਕਿ ਗਿਆਨ ਇੱਕ ਸ਼ਕਤੀ ਹੈ, ਪਰ ਅਸਲੀਅਤ ਇਹ ਨਹੀਂ ਹੈ, ਸਗੋਂ ਗਿਆਨ ਤਾਂ ਕੇਵਲ ਇੱਕ ਜਾਣਕਾਰੀ ਹੈ। ਗਿਆਨ ਵਿੱਚ ਸ਼ਕਤੀ ਬਣਨ ਦੀ ਯੋਗਤਾ ਹੈ, ਤੇ ਇਹ ਯੋਗਤਾ ਤਦੇ ਬਣਦੀ ਹੈ ਜਦ ਇਸ ਦਾ ਇਸਤੇਮਾਲ ਕੀਤਾ ਜਾਂਦਾ ਹੈ। ਉਹਨਾਂ ਦੋ ਬੰਦਿਆਂ ਵਿੱਚ ਕਾਫੀ ਫਰਕ ਹੈ, ਜਿਨ੍ਹਾਂ ਵਿੱਚੋਂ ਇੱਕ ਨੂੰ ਤਾਂ ਪੜ੍ਹਨਾ ਆਉਂਦਾ ਹੀ ਨਹੀਂ ਤੇ ਦੂਸਰਾ ਪੜ੍ਹਨਾ ਤਾਂ ਜਾਣਦਾ ਹੈ ਪਰ ਪੜ੍ਹਦਾ ਹੀ ਨਹੀਂ। ਫਰਕ ਬਹੁਤ ਜ਼ਿਆਦਾ ਨਹੀਂ ਹੈ। ਕਿਸੇ ਚੀਜ਼ ਨੂੰ ਸਿੱਖਣਾ ਤਾਂ ਖਾਣਾ ਖਾਣ ਦੇ ਬਰਾਬਰ ਹੈ। ਇਹ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਤੁਸੀਂ ਕਿੰਨਾ ਖਾਂਦੇ ਹੋ। ਫਰਕ ਤਾਂ ਇਸ ਗੱਲ ਨਾਲ ਪੈਂਦਾ ਹੈ ਕਿ ਤੁਸੀਂ ਕਿੰਨਾ ਆਪਣੇ ਅੰਦਰ ਪਹੁੰਚਾ ਸਕਦੇ ਹੋ। ਗਿਆਨ ਲੁਕੀ ਹੋਈ ਸ਼ਕਤੀ ਹੈ ਅਤੇ ਸਮਝਦਾਰੀ ਇੱਕ ਸੱਚੀ ਸ਼ਕਤੀ ਹੈ। ਸਿੱਖਿਆ ਦੇ ਕਈ ਰੂਪ ਹੁੰਦੇ ਹਨ। ਇਹ ਕੋਈ ਅੰਕਾਂ, ਸ਼੍ਰੇਣੀ ਜਾਂ ਡਿਗਰੀਆਂ ਦੀ ਗੱਲ ਨਹੀਂ ਹੈ, ਸਗੋਂ ਇਹ ਤਾਂ ਸ਼ਕਤੀ ਨੂੰ ਵਧਾਉਂਦੀ ਹੈ, ਸਵੈ ਅਨੁਸ਼ਾਸਨ ਸਿਖਾਉਂਦੀ ਹੈ, ਸਿੱਖਿਆ ਦੀ ਇੱਛਾ ਜਗਾਉਂਦੀ ਹੈ ਅਤੇ ਸੁਣਨਾ ਸਮਝਣਾ। ਸਾਡਾ ਦਿਮਾਗ ਸਾਡੀਆਂ ਮਾਸਪੇਸ਼ੀਆਂ ਵਾਂਗ ਓਨਾ ਹੀ ਫੈਲਦਾ ਅਤੇ ਸੁੰਗੜਦਾ ਹੈ ਜਿੰਨਾ ਅਸੀਂ ਉਸ ਕੋਲੋਂ ਅਭਿਆਸ ਕਰਵਾਉਂਦੇ ਹਾਂ। ਜੇ ਤੁਸੀਂ ਸੋਚਦੇ ਹੋ ਕਿ ਗਿਆਨ ਪ੍ਰਾਪਤ ਕਰਨਾ ਮਹਿੰਗਾ ਹੈ ਤਾਂ ਗਿਆਨ ਨੂੰ ਅਪਣਾ ਕੇ ਦੇਖ ਲਵੋ। ਡਰੇਕ ਬਾਖ। ਲਗਾਤਾਰ ਹਾਂ ਪੱਖੀ ਸਿੱਖਿਆ ਪ੍ਰਾਪਤ ਕਰਨ ਨਾਲ ਤੁਹਾਡੀ ਸੋਚ ਵੀ ਹਾਂ ਪੱਖੀ ਹੋ ਜਾਵੇਗੀ। ਚੰਗੇ ਵਿਚਾਰਕ ਖਿਡਾਰੀ ਵਾਂਗ ਹੁੰਦੇ ਹਨ, ਜਿਹੜੇ ਲਗਾਤਾਰ ਅਭਿਆਸ ਦੇ ਜ਼ਰੀਏ ਆਪਣੇ ਅੰਦਰ ਸਟੈਮਿਨੇ ਦਾ ਇੱਕ ਭੰਡਾਰ ਬਣਾ ਲੈਂਦੇ ਹਨ, ਜਿਹੜਾ ਉਹਨਾਂ ਦੀ ਪ੍ਰਤੀਯੋਗਤਾ ਵੇਲੇ ਉਹਨਾਂ ਨੂੰ ਪ੍ਰੇਰਨਾ ਕਰਦਾ ਹੈ। ਜੇ ਉਹ ਅਭਿਆਸ ਨਹੀਂ ਕਰਨਗੇ ਤਾਂ ਉਹ ਲੋੜ ਪੈਣ 'ਤੇ ਕਿਸ ਤੋਂ ਸ਼ਕਤੀ ਪ੍ਰਾਪਤ ਕਰਨਗੇ। ਇਸੇ ਤਰ੍ਹਾਂ ਚੰਗੀ ਸੋਚ ਵਾਲੇ ਰੋਜ਼ ਆਪਣੇ ਦਿਮਾਗ ਨੂੰ ਸ਼ੁੱਧ, ਤਾਕਤਵਰ ਅਤੇ ਚੰਗੀ ਸੋਚ ਵਾਲੀਆਂ ਗੱਲਾਂ ਖੁਰਾਕ ਵਜੋਂ ਦਿੰਦੇ ਹਨ। ਇਸ ਕਰਕੇ ਉਹ ਆਪਣੇ ਅੰਦਰ ਉਮੀਦ ਦਾ ਭਰਿਆ ਇੱਕ ਭੰਡਾਰਾ ਬਣਾ ਲੈਂਦੇ ਹਨ। ਉਹ ਜਾਣਦੇ ਹਨ ਕਿ ਉਹਨਾਂ ਨੂੰ ਬੁਰਾਈ ਦਾ ਸਾਹਮਣਾ ਕਰਨਾ ਪਵੇਗਾ ਤੇ ਉਹਨਾਂ ਕੋਲ ਚੰਗੀ ਸੋਚ ਨਾਲ ਭਰਪੂਰ ਭੰਡਾਰ ਹੋਵੇਗਾ ਤੇ ਉਹ ਉਸ ਉੱਤੇ ਕਾਬੂ ਪਾ ਲੈਣਗੇ। ਨਹੀਂ ਤਾਂ ਬੁਰੀਆਂ ਸੋਚਾਂ ਹੀ ਉਹਨਾਂ ਉੱਪਰ ਭਾਰੂ ਪੈ ਜਾਣਗੀਆਂ। ਚੰਗੇ ਵਿਚਾਰਕ ਮੂਰਖ ਨਹੀਂ ਹੁੰਦੇ ਤੇ ਉਹ ਨਾ ਹੀ ਆਪਣੀ ਜ਼ਿੰਦਗੀ ਅੰਨ੍ਹਿਆਂ ਵਾਂਗ ਗੁਜ਼ਾਰਦੇ ਹਨ। ਉਹ ਜੇਤੂ ਹੁੰਦੇ ਹਨ, ਜਿਹੜੇ ਆਪਣੀਆਂ ਕਮਜ਼ੋਰੀਆਂ ਨੂੰ ਪਹਿਚਾਣਦੇ ਹਨ ਅਤੇ ਹਮੇਸ਼ਾ ਆਪਣੀ ਸ਼ਕਤੀ ਉੱਪਰ ਹੀ ਆਪਣਾ ਧਿਆਨ ਕੇਂਦਰਿਤ ਰੱਖਦੇ ਹਨ। ਦੂਜੇ ਪਾਸੇ ਹਾਰਨ ਵਾਲੇ ਆਪਣੀ ਤਾਕਤ ਨੂੰ ਪਹਿਚਾਣ ਕੇ ਵੀ ਆਪਣੀਆਂ ਕਮਜ਼ੋਰੀਆਂ ਉੱਪਰ ਕੇਂਦਰਿਤ ਰਹਿੰਦੇ ਹਨ। ਸਵੈ ਮਾਣ ਕੀ ਹੁੰਦਾ ਹੈ? ਸਵੈ ਮਾਣ ਉਹ ਮਾਰਗ ਹੈ ਜਿਸ ਰਾਹੀਂ ਅਸੀਂ ਆਪਣੇ ਆਪ ਨੂੰ ਸਮਝਦੇ ਹਾਂ। ਜਦੋਂ ਅਸੀਂ ਅੰਦਰੋਂ ਆਪਣੇ ਆਪ ਨੂੰ ਚੰਗਾ ਸਮਝਦੇ ਹਾਂ ਤਾਂ ਸਾਡਾ ਪ੍ਰਦਰਸ਼ਨ ਵੀ ਚੰਗਾ ਹੁੰਦਾ ਹੈ ਅਤੇ ਸਾਡੇ ਘਰ ਅਤੇ ਦਫ਼ਤਰ ਵਿਚਲੇ ਸੰਬੰਧ ਵੀ ਪਹਿਲਾਂ ਨਾਲੋਂ ਚੰਗੇ ਬਣ ਜਾਂਦੇ ਹਨ। ਦੁਨੀਆ ਸਾਨੂੰ ਸੋਹਣੀ ਲੱਗਣ ਲੱਗ ਜਾਂਦੀ ਹੈ। ਇਹਦਾ ਕੀ ਕਾਰਨ ਹੈ? ਅਸਲ ਵਿੱਚ ਅਹਿਸਾਸ ਅਤੇ ਵਿਹਾਰ ਵਿੱਚ ਬਹੁਤ ਨੇੜੇ ਦਾ ਸੰਬੰਧ ਹੁੰਦਾ ਹੈ। ਅਸੀਂ ਚੰਗੇ ਸਵੈਮਾਨ ਦਾ ਨਿਰਮਾਣ ਕਿਵੇਂ ਕਰੀਏ? ਜੇ ਅਸੀਂ ਛੇਤੀ ਤੋਂ ਛੇਤੀ ਆਪਣਾ ਸਵੈਮਾਨ ਬਣਾਉਣਾ ਚਾਹੁੰਦੇ ਹਾਂ ਤਾਂ ਇਸ ਦਾ ਸਭ ਤੋਂ ਛੇਤੀ ਦਾ ਤਰੀਕਾ ਇਹ ਹੈ ਕਿ ਉਹਨਾਂ ਲੋਕਾਂ ਲਈ ਕੁਝ ਕਰੋ ਜਿਹੜੇ ਤੁਹਾਨੂੰ ਬਦਲੇ ਵਿੱਚ ਨਗਦ ਜਾਂ ਚੀਜ਼ ਕੁਝ ਵੀ ਨਹੀਂ ਦੇ ਸਕਦੇ। ਕੁਝ ਸਾਲ ਪਹਿਲਾਂ ਮੈਂ ਜੇਲ੍ਹ ਦੇ ਕੈਦੀਆਂ ਨੂੰ ਨਜ਼ਰੀਆ ਅਤੇ ਸਵੈਮਾਨ ਸਿਖਾਉਣ ਵਾਸਤੇ ਕੁਝ ਪ੍ਰੋਗਰਾਮ ਪੇਸ਼ ਕੀਤੇ। ਕੁਝ ਹਫ਼ਤਿਆਂ ਦੇ ਵਿੱਚ ਮੈਂ ਉੱਥੇ ਇੰਨਾ ਕੁਝ ਸਿੱਖਿਆ ਜਿੰਨਾ ਮੈਂ ਕਈ ਸਾਲਾਂ ਵਿੱਚ ਨਹੀਂ ਸਿੱਖਿਆ ਸੀ। 2 ਹਫ਼ਤਿਆਂ ਵਾਸਤੇ ਮੇਰਾ ਪ੍ਰੋਗਰਾਮ ਗੌਰ ਨਾਲ ਸੁਣਨ ਤੋਂ ਬਾਅਦ ਇੱਕ ਕੈਦੀ ਨੇ ਮੈਨੂੰ ਰੋਕ ਕੇ ਪੁੱਛਿਆ, ਸ਼ਿਵ, ਮੈਂ ਤੁਹਾਡੇ ਨਾਲ ਗੱਲ ਕਰਨੀ ਚਾਹੁੰਦਾ ਹਾਂ। ਮੈਂ ਕੁਝ ਹੀ ਹਫ਼ਤਿਆਂ ਵਿੱਚ ਇਸ ਜੇਲ੍ਹ ਤੋਂ ਛੁੱਟਣ ਵਾਲਾ ਹਾਂ। ਮੈਂ ਉਸ ਕੈਦੀ ਤੋਂ ਪੁੱਛਿਆ ਕਿ ਉਹਨੇ ਨਜ਼ਰੀਆ ਵਿਕਸਿਤ ਕਰਨ ਦੇ ਪ੍ਰੋਗਰਾਮ ਤੋਂ ਕੀ ਸਿੱਖਿਆ। ਉਹਨੇ ਕੁਝ ਦੇਰ ਸੋਚ ਕੇ ਕਿਹਾ ਕਿ ਹੁਣ ਉਹ ਆਪਣੇ ਆਪ ਨੂੰ ਚੰਗਾ ਮਹਿਸੂਸ ਕਰਦਾ ਹੈ। ਮੈਂ ਕਿਹਾ, ਚੰਗਾ ਕਹਿਣ ਨਾਲ ਮੈਨੂੰ ਤੇਰੇ ਬਾਰੇ ਕੁਝ ਖਾਸ ਪਤਾ ਨਹੀਂ ਲੱਗਿਆ। ਤੇਰੇ ਵਿਹਾਰ ਵਰਤਾਓ ਵਿੱਚ ਕੀ ਬਦਲਾਵ ਆਇਆ, ਇਸ ਬਾਰੇ ਜ਼ਰਾ ਖੋਲ੍ਹ ਕੇ ਦੱਸ। ਮੈਂ ਇਸ ਗੱਲ 'ਤੇ ਯਕੀਨ ਕਰਦਾ ਹਾਂ ਕਿ ਜਦ ਤੱਕ ਵਰਤਾਵ ਵਿੱਚ ਬਦਲਾਵ ਨਹੀਂ ਆਉਂਦਾ ਤਦ ਤੱਕ ਆਦਮੀ ਕੁਝ ਨਹੀਂ ਸਿੱਖਦਾ। ਉਹਨੇ ਦੱਸਿਆ ਕਿ ਜਦ ਤੋਂ ਮੇਰਾ ਪ੍ਰੋਗਰਾਮ ਸ਼ੁਰੂ ਹੋਇਆ ਹੈ ਉਹ ਰੋਜ਼ ਬਾਈਬਲ ਪੜ੍ਹਦਾ ਹੈ। ਤਦ ਮੈਂ ਪੁੱਛਿਆ ਕਿ ਬਾਈਬਲ ਪੜ੍ਹਨ ਨਾਲ ਉਹਦੇ 'ਤੇ ਕੀ ਪ੍ਰਭਾਵ ਪਿਆ ਹੈ। ਉਹਨੇ ਕਿਹਾ ਕਿ ਉਹਨੂੰ ਹੁਣ ਆਪਣੇ ਬਾਰੇ ਤੇ ਦੂਜਿਆਂ ਬਾਰੇ ਚੰਗਾ ਮਹਿਸੂਸ ਹੁੰਦਾ ਹੈ।
ਜਿਹੜਾ ਕਿ ਪਹਿਲਾਂ ਕਦੇ ਮਹਿਸੂਸ ਨਹੀਂ ਹੋਇਆ ਸੀ। ਮੈਂ ਕਿਹਾ, ਇਹ ਤਾਂ ਚੰਗੀ ਗੱਲ ਹੈ, ਪਰ ਸਭ ਤੋਂ ਜ਼ਰੂਰੀ ਗੱਲ ਇਹ ਹੈ ਕਿ ਜੇਲ੍ਹ ਤੋਂ ਛੁੱਟਣ ਤੋਂ ਬਾਅਦ ਤੂੰ ਕੀ ਕਰੇਂਗਾ? ਉਸਨੇ ਕਿਹਾ ਕਿ ਉਹ ਸਮਾਜ ਦਾ ਜ਼ਿੰਮੇਦਾਰ ਮੈਂਬਰ ਬਣਨ ਦੀ ਕੋਸ਼ਿਸ਼ ਕਰੇਗਾ। ਮੈਂ ਦੂਜੀ ਵਾਰ ਉਹੀ ਸਵਾਲ ਫੇਰ ਦੁਹਰਾਇਆ ਤੇ ਉਹਨੇ ਫੇਰ ਤੋਂ ਉਹੀ ਜਵਾਬ ਦਿੱਤਾ। ਜਦ ਮੈਂ ਤੀਸਰੀ ਵਾਰ ਵੀ ਉਹੀ ਸਵਾਲ ਪੁੱਛਿਆ ਕਿ ਤੂੰ ਜੇਲ੍ਹ ਤੋਂ ਨਿਕਲਣ ਤੋਂ ਬਾਅਦ ਕੀ ਕਰੇਂਗਾ, ਯਕੀਨਨ ਮੈਂ ਕੁਝ ਵੱਖਰੇ ਪ੍ਰਕਾਰ ਦੇ ਜਵਾਬ ਦੀ ਉਡੀਕ ਵਿੱਚ ਸੀ। ਇਸ ਵਾਰ ਉਹਨੇ ਆਪਣੀ ਆਵਾਜ਼ ਵਿੱਚ ਗੁੱਸਾ ਲਿਆਉਂਦੇ ਹੋਏ ਕਿਹਾ, ਮੈਂ ਸਮਾਜ ਦਾ ਇੱਕ ਜ਼ਿੰਮੇਵਾਰ ਮੈਂਬਰ ਬਣਾਂਗਾ। ਤਦ ਮੈਂ ਉਹਨੂੰ ਇਸ਼ਾਰਾ ਕੀਤਾ ਕਿ ਜੋ ਉਹਨੇ ਪਹਿਲਾਂ ਕਿਹਾ ਸੀ, ਜੋ ਹੁਣ ਕਿਹਾ ਹੈ, ਉਹਦੇ ਵਿੱਚ ਕੀ ਫਰਕ ਹੈ। ਪਹਿਲਾਂ ਉਹਨੇ ਕਿਹਾ ਸੀ ਕਿ ਮੈਂ ਬਣਨ ਦੀ ਕੋਸ਼ਿਸ਼ ਕਰਾਂਗਾ ਤੇ ਹੁਣ ਉਹਨੇ ਕਿਹਾ ਸੀ ਕਿ ਮੈਂ ਬਣਨ ਜਾ ਰਿਹਾ ਹਾਂ। ਦੋਹਾਂ ਵਿੱਚ ਫਰਕ ਸਿਰਫ ਇੱਕ ਸ਼ਬਦ ਕੋਸ਼ਿਸ਼ ਦਾ ਹੈ। ਉਸਨੇ ਕੋਸ਼ਿਸ਼ ਸ਼ਬਦ ਤੋਂ ਛੁਟਕਾਰਾ ਪਾ ਲਿਆ ਤੇ ਇਹ ਅਕਲਮੰਦੀ ਦੀ ਗੱਲ ਸੀ। ਕਿਸੇ ਕੰਮ ਨੂੰ ਜਾਂ ਤਾਂ ਅਸੀਂ ਕਰਦੇ ਹਾਂ ਤੇ ਜਾਂ ਫਿਰ ਨਹੀਂ ਕਰਦੇ। ਕੋਸ਼ਿਸ਼ ਸ਼ਬਦ ਉਸ ਕੈਦੀ ਲਈ ਦੁਬਾਰਾ ਜੇਲ੍ਹ ਦੇ ਦਰਵਾਜ਼ੇ ਖੋਲ੍ਹ ਕੇ ਰੱਖਦਾ ਹੈ। ਇੱਕ ਹੋਰ ਕੈਦੀ ਜਿਹੜਾ ਸਾਡੀ ਗੱਲਬਾਤ ਸੁਣ ਰਿਹਾ ਸੀ, ਉਸਨੇ ਪੁੱਛਿਆ, ਸ਼ਿਵ, ਤੈਨੂੰ ਇਹ ਸਾਰਾ ਕੁਝ ਕਰਨ ਦੇ ਕਿੰਨੇ ਪੈਸੇ ਮਿਲਦੇ ਹਨ? ਮੈਂ ਉਹਨੂੰ ਕਿਹਾ ਕਿ ਜਿਹੜਾ ਅਹਿਸਾਸ ਮੈਨੂੰ ਇਹ ਸਭ ਕਰਕੇ ਹੋਇਆ ਹੈ, ਉਹ ਦੁਨੀਆ ਦੇ ਸਾਰੇ ਪੈਸੇ ਨਾਲੋਂ ਕਿਤੇ ਵੱਧ ਹੈ। ਤਦ ਉਸਨੇ ਪੁੱਛਿਆ, ਤੁਸੀਂ ਇੱਥੇ ਕਿਉਂ ਆਏ ਹੋ? ਮੈਂ ਕਿਹਾ, ਮੈਂ ਇੱਥੇ ਆਪਣੇ ਸਵਾਰਥ ਕਰਕੇ ਆਉਂਦਾ ਹਾਂ ਅਤੇ ਮੇਰਾ ਸਵਾਰਥ ਇਹ ਹੈ ਕਿ ਮੈਂ ਇਸ ਦੁਨੀਆ ਨੂੰ ਜ਼ਿੰਦਗੀ ਜਿਉਣ ਵਾਸਤੇ ਇੱਕ ਚੰਗੀ ਥਾਂ ਬਣਾਉਣਾ ਚਾਹੁੰਦਾ ਹਾਂ। ਇਸ ਪ੍ਰਕਾਰ ਦਾ ਸਵਾਰਥ ਚੰਗਾ ਹੁੰਦਾ ਹੈ। ਸੰਖੇਪ ਵਿੱਚ ਤੁਸੀਂ ਸਮਾਜਿਕ ਪ੍ਰਬੰਧ ਨੂੰ ਜੋ ਦਿੰਦੇ ਹੋ ਉਹੀ ਤੁਹਾਨੂੰ ਵਾਪਸ ਮਿਲਦਾ ਹੈ। ਕਈ ਵਾਰ ਉਸ ਤੋਂ ਵੀ ਜ਼ਿਆਦਾ ਵਾਪਸ ਮਿਲਦਾ ਹੈ ਜਿੰਨਾ ਤੁਸੀਂ ਉਸ ਨੂੰ ਦਿੱਤਾ ਹੁੰਦਾ ਹੈ। ਪਰ ਤੁਸੀਂ ਇਸ ਸਮਾਜ ਨੂੰ ਦੇਣ ਵੇਲੇ ਇਸ ਤੋਂ ਕਿਸੇ ਚੰਗੀ ਚੀਜ਼ ਦੀ ਆਸ ਨਾ ਰੱਖੋ। ਇੱਕ ਹੋਰ ਕੈਦੀ ਨੇ ਕਿਹਾ, ਕੋਈ ਕੁਝ ਵੀ ਕਰੇ, ਇਹ ਉਹਦੀ ਮਰਜ਼ੀ ਹੈ। ਜਦੋਂ ਲੋਕ ਨਸ਼ਾ ਲੈਂਦੇ ਹਨ ਤਾਂ ਇਹਦੇ ਵਿੱਚ ਤੁਹਾਡਾ ਕੀ ਮਤਲਬ ਹੈ? ਤੁਸੀਂ ਉਹਨਾਂ ਨੂੰ ਇਕੱਲਿਆਂ ਕਿਉਂ ਨਹੀਂ ਛੱਡ ਦਿੰਦੇ? ਮੈਂ ਉੱਤਰ ਦਿੱਤਾ, ਮੇਰੇ ਦੋਸਤ, ਹਾਲਾਂਕਿ ਮੈਂ ਤੇਰੀਆਂ ਗੱਲਾਂ ਤੋਂ ਸਹਿਮਤ ਨਹੀਂ ਹਾਂ, ਫਿਰ ਵੀ ਮੈਂ ਤੇਰੀ ਗੱਲ ਉੱਪਰ ਸਮਝੌਤਾ ਕਰਨ ਅਤੇ ਸਵੀਕਾਰ ਕਰਨ ਨੂੰ ਤਿਆਰ ਹਾਂ ਕਿ ਇਹਦੇ ਵਿੱਚ ਮੇਰੀ ਕੋਈ ਦਖਲ-ਅੰਦਾਜ਼ੀ ਨਹੀਂ। ਜੇ ਤੂੰ ਮੈਨੂੰ ਇਸ ਗੱਲ ਦੀ ਗਾਰੰਟੀ ਦੇ ਸਕਦਾ ਹੈ ਕਿ ਜੇ ਕੋਈ ਬੰਦਾ ਨਸ਼ਾ ਲੈਂਦਾ ਹੈ ਤੇ ਉਹ ਕਾਰ ਚਲਾਵੇਗਾ ਤੇ ਜੇ ਦੁਰਘਟਨਾ ਹੁੰਦੀ ਹੈ ਤਾਂ ਉਹ ਕੇਵਲ ਦਰਖਤ ਨੂੰ ਹੀ ਟੱਕਰ ਮਾਰੇਗਾ, ਤਾਂ ਮੈਂ ਸਮਝੌਤਾ ਕਰ ਲਵਾਂਗਾ। ਪਰ ਜੇ ਤੂੰ ਗਾਰੰਟੀ ਨਹੀਂ ਦੇ ਸਕਦਾ ਕਿ ਉਹ ਨਸ਼ਾ ਕਰੇਗਾ ਅਤੇ ਦੁਰਘਟਨਾ ਹੋਵੇਗੀ ਤਾਂ ਤੂੰ ਜਾਂ ਤੇਰੇ ਬੱਚੇ ਜਾਂ ਮੈਂ ਜਾਂ ਮੇਰੇ ਬੱਚੇ ਕਾਰ ਥੱਲੇ ਆ ਕੇ ਮਰਨਗੇ, ਤਦ ਤੈਨੂੰ ਇਹ ਵਿਸ਼ਵਾਸ ਹੋਵੇਗਾ ਕਿ ਇਹ ਮੇਰੀ ਜ਼ਿੰਮੇਵਾਰੀ ਹੈ ਕਿ ਮੈਂ ਅਜਿਹੇ ਬੰਦੇ ਨੂੰ ਸੜਕ ਤੋਂ ਦੂਰ ਰੱਖਾਂ। ਇਸ ਇੱਕ ਕਹਾਵਤ ਨੇ, ਇਹ ਮੇਰੀ ਜ਼ਿੰਦਗੀ ਹੈ, ਮੇਰਾ ਜੋ ਦਿਲ ਚਾਹੇਗਾ ਮੈਂ ਕਰਾਂਗਾ, ਕੁਝ ਚੰਗਾ ਕਰਨ ਤੋਂ ਜ਼ਿਆਦਾ ਨੁਕਸਾਨ ਜ਼ਿਆਦਾ ਕੀਤਾ ਹੈ। ਲੋਕ ਆਤਮਾ ਨੂੰ ਨਜ਼ਰਅੰਦਾਜ਼ ਕਰਕੇ ਉਹਦਾ ਉਹ ਅਰਥ ਜਾਂ ਭਾਵ ਕੱਢ ਲੈਂਦੇ ਹਨ ਜਿਹੜਾ ਉਹਨਾਂ ਨੂੰ ਜ਼ਿਆਦਾ ਆਰਾਮਦਾਇਕ ਲੱਗਦਾ ਹੈ। ਇਸ ਤਰ੍ਹਾਂ ਦੇ ਲੋਕਾਂ ਨੇ ਇਸ ਕਹਾਵਤ ਨੂੰ ਸਵਾਰਥ ਨਾਲ ਜੋੜ ਦਿੱਤਾ ਹੈ ਅਤੇ ਮੈਨੂੰ ਯਕੀਨ ਹੈ ਕਿ ਇਸ ਕਹਾਵਤ ਦਾ ਇਹ ਅਰਥ ਨਹੀਂ ਨਿਕਲਦਾ। ਇਸ ਤਰ੍ਹਾਂ ਦੇ ਲੋਕ ਇਹ ਭੁੱਲ ਜਾਂਦੇ ਹਨ ਕਿ ਅਸੀਂ ਇਕੱਲੇ ਨਹੀਂ ਰਹਿ ਰਹੇ। ਜੋ ਕੁਝ ਤੁਸੀਂ ਕਰਦੇ ਹੋ ਉਹ ਮੈਨੂੰ ਪ੍ਰਭਾਵਿਤ ਕਰਦਾ ਹੈ ਤੇ ਜੋ ਮੈਂ ਕਰਦਾ ਹਾਂ ਉਹ ਤੁਹਾਨੂੰ ਪ੍ਰਭਾਵਿਤ ਕਰਦਾ ਹੈ। ਅਸੀਂ ਇੱਕ ਦੂਜੇ ਨਾਲ ਜੁੜੇ ਹੋਏ ਹਾਂ। ਸਾਨੂੰ ਇਹ ਗੱਲ ਚੰਗੀ ਤਰ੍ਹਾਂ ਪਤਾ ਹੋਣੀ ਚਾਹੀਦੀ ਹੈ ਕਿ ਅਸੀਂ ਇਸ ਗ੍ਰਹਿ, ਇਸ ਧਰਤੀ ਦੇ ਬਰਾਬਰ ਦੇ ਹਿੱਸੇਦਾਰ ਹਾਂ ਤੇ ਸਾਨੂੰ ਜ਼ਿੰਮੇਵਾਰੀ ਨਾਲ ਵਿਹਾਰ ਕਰਨਾ ਸਿੱਖਣਾ ਚਾਹੀਦਾ ਹੈ। ਇਸ ਦੁਨੀਆ ਵਿੱਚ ਦੋ ਤਰ੍ਹਾਂ ਦੇ ਲੋਕ ਹਨ, ਲੈਣ ਵਾਲੇ ਅਤੇ ਦੇਣ ਵਾਲੇ। ਲੈਣ ਵਾਲੇ ਖਾਂਦੇ ਬਹੁਤ ਹਨ ਅਤੇ ਦੇਣ ਵਾਲੇ ਚੈਨ ਦੀ ਨੀਂਦ ਸੌਂਦੇ ਹਨ। ਦੇਣ ਵਾਲਿਆਂ ਦਾ ਆਪਣਾ ਉੱਚਾ ਸਵੈ-ਮਾਣ, ਇੱਕ ਚੰਗਾ ਨਜ਼ਰੀਆ ਹੁੰਦਾ ਹੈ ਤੇ ਉਹ ਸਮਾਜ ਦੀ ਸੇਵਾ ਕਰਦੇ ਹਨ। ਸਮਾਜ ਦੀ ਸੇਵਾ ਕਰਨ ਵਾਲੇ ਤੋਂ ਮੇਰਾ ਭਾਵ ਟੁੱਚੇ ਨੇਤਾ ਤੋਂ ਨਹੀਂ, ਜਿਹੜਾ ਸਮਾਜ ਦੀ ਸੇਵਾ ਦੇ ਬਹਾਨੇ ਆਪਣਾ ਹੀ ਕੰਮ ਕਰਦਾ ਰਹਿੰਦਾ ਹੈ। ਮਨੁੱਖ ਹੋਣ ਕਰਕੇ ਸਾਨੂੰ ਸਾਰਿਆਂ ਨੂੰ ਪ੍ਰਾਪਤ ਕਰਨ ਅਤੇ ਲੈਣ ਦੀ ਲੋੜ ਹੁੰਦੀ ਹੈ, ਪਰ ਇੱਕ ਚੰਗੀ ਸ਼ਖਸੀਅਤ ਜਿਸ ਦਾ ਉੱਚਾ ਸਵੈ-ਮਾਣ ਹੋਵੇ, ਉਸ ਨੂੰ ਲੈਣ ਦੀ ਹੀ ਨਹੀਂ ਦੇਣ ਦੀ ਵੀ ਜ਼ਰੂਰਤ ਹੁੰਦੀ ਹੈ। ਇੱਕ ਆਦਮੀ ਆਪਣੀ ਕਾਰ ਧੋ ਰਿਹਾ ਸੀ। ਜਦੋਂ ਉਹਦੇ ਪੜੋਸੀ ਨੇ ਉਸ ਨੂੰ ਪੁੱਛਿਆ, ਤੂੰ ਇਹ ਕਾਰ ਕਦੋਂ ਲਈ? ਤਾਂ ਉਹਨੇ ਜਵਾਬ ਦਿੱਤਾ, ਮੇਰੇ ਭਰਾ ਨੇ ਇਹ ਕਾਰ ਮੈਨੂੰ ਦਿੱਤੀ ਹੈ। ਪੜੋਸੀ ਦਾ ਜਵਾਬ ਸੀ, ਕਾਸ਼ ਮੇਰੀ ਵੀ ਇਹੋ ਜਿਹੀ ਕਾਰ ਹੁੰਦੀ। ਉਸ ਬੰਦੇ ਨੇ ਕਿਹਾ, ਤੈਨੂੰ ਵੀ ਇਹ ਕਾਮਨਾ ਕਰਨੀ ਚਾਹੀਦੀ ਹੈ ਕਿ ਮੇਰਾ ਵੀ ਇਹੋ ਜਿਹਾ ਭਰਾ ਹੁੰਦਾ। ਪੜੋਸੀ ਦੀ ਪਤਨੀ ਵੀ ਉਹਨਾਂ ਦੀ ਗੱਲਬਾਤ ਸੁਣ ਰਹੀ ਸੀ ਤੇ ਉਹਨੇ ਵਿੱਚੋਂ ਹੀ ਟੋਕ ਕੇ ਕਿਹਾ,
ਕਾਸ਼ ਮੈਂ ਹੀ ਇਹੋ ਜਿਹਾ ਭਰਾ ਹੁੰਦੀ। ਕਿੰਨੇ ਕਮਾਲ ਦੀ ਗੱਲ ਹੈ। 6ਵਾਂ ਕਦਮ, ਬੁਰੇ ਪ੍ਰਭਾਵਾਂ ਤੋਂ ਦੂਰ ਰਹੋ। ਅੱਜ ਦੀ ਨੌਜਵਾਨ ਪੀੜ੍ਹੀ ਆਪਣੇ ਵੱਡਿਆਂ ਦੇ ਵਿਹਾਰ ਅਤੇ ਸੰਚਾਰ ਮਾਧਿਅਮ ਤੋਂ ਹੀ ਸਿੱਖਿਆ ਲੈਂਦੀ ਹੈ। ਉਹਨਾਂ ਉੱਪਰ ਆਪਣੇ ਸਹਿਯੋਗੀਆਂ ਦਾ ਦਬਾਅ ਵੀ ਬਣਿਆ ਰਹਿੰਦਾ ਹੈ। ਸਹਿਯੋਗੀਆਂ ਦਾ ਦਬਾਅ ਕੇਵਲ ਨੌਜਵਾਨ ਪੀੜ੍ਹੀ ਵਿੱਚ ਹੀ ਵੇਖਣ ਨੂੰ ਨਹੀਂ ਮਿਲਦਾ, ਸਗੋਂ ਇਹ ਤਾਂ ਵੱਡਿਆਂ ਵਿੱਚ ਵੀ ਪ੍ਰਫੁੱਲਤ ਹੈ। ਸਵੈਮਾਨ ਦੀ ਘਾਟ ਕਰਕੇ ਹੀ ਲੋਕਾਂ ਵਿੱਚ ਨਾ ਕਹਿ ਕੇ ਬੁਰੇ ਅਸਰ ਤੋਂ ਦੂਰ ਰਹਿਣ ਦੀ ਹਿੰਮਤ ਨਹੀਂ ਹੁੰਦੀ। ਇਹ ਬੁਰੇ ਪ੍ਰਭਾਵ ਕੀ ਹਨ? ਨਾ ਪੱਖੀ ਸੋਚ ਵਾਲੇ ਬੰਦੇ। ਇੱਕ ਚੀਲ ਦਾ ਆਂਡਾ ਮੁਰਗੀ ਦੇ ਆਲ੍ਹਣੇ ਵਿੱਚ ਰੱਖ ਦਿੱਤਾ ਗਿਆ। ਸਮਾਂ ਆਉਣ ਤੋਂ ਜਦੋਂ ਆਂਡਾ ਫੁੱਟਿਆ ਤਾਂ ਉਹਦੇ ਵਿੱਚੋਂ ਚੀਲ ਦਾ ਬੱਚਾ ਬਾਹਰ ਨਿਕਲਿਆ। ਉਹ ਆਪਣੇ ਆਪ ਨੂੰ ਮੁਰਗੀ ਦਾ ਬੱਚਾ ਸਮਝ ਕੇ ਪਲਦਾ ਰਿਹਾ। ਚੀਲ ਦਾ ਬੱਚਾ ਉਹੀ ਸਾਰਾ ਕੁਝ ਕਰਨ ਲੱਗ ਪਿਆ ਜਿਹੜਾ ਮੁਰਗੀ ਕਰਦੀ ਸੀ। ਉਹ ਕੂੜੇ ਦੇ ਢੇਰ ਵਿੱਚੋਂ ਬੀਜ ਫਰੋਲਦਾ ਰਿਹਾ। ਉਹ ਮੁਰਗੀ ਵਾਂਗ ਹੀ ਕੁੜ-ਕੁੜ ਕਰਦਾ ਰਿਹਾ। ਉਹ ਕੁਝ ਫੁੱਟ ਦੀ ਉਚਾਈ ਤੋਂ ਜ਼ਿਆਦਾ ਕਦੇ ਵੀ ਨਾ ਉੱਡਿਆ, ਕਿਉਂਕਿ ਮੁਰਗੀ ਵੀ ਇੰਝ ਹੀ ਕਰਦੀ ਸੀ। ਇੱਕ ਦਿਨ ਉਹਨੇ ਖੁੱਲ੍ਹੇ ਆਕਾਸ਼ ਦੇ ਵਿੱਚ ਚੀਲ ਨੂੰ ਬੜੀ ਸ਼ਾਨ ਨਾਲ ਉੱਡਦੇ ਹੋਏ ਵੇਖਿਆ। ਉਹਨੇ ਮੁਰਗੀ ਤੋਂ ਪੁੱਛਿਆ, ਇਹ ਸੁੰਦਰ ਪੰਛੀ ਕੌਣ ਹੈ? ਮੁਰਗੀ ਨੇ ਕਿਹਾ, ਇਹ ਚੀਲ ਹੈ। ਉਹ ਇੱਕ ਸਰਮੌਰ ਪੰਛੀ ਹੈ, ਲੇਕਿਨ ਤੂੰ ਉਸ ਦੀ ਤਰ੍ਹਾਂ ਆਕਾਸ਼ ਵਿੱਚ ਨਹੀਂ ਉੱਡ ਸਕਦਾ, ਕਿਉਂਕਿ ਤੂੰ ਬਸ ਇੱਕ ਮੁਰਗੀ ਹੈ। ਇੰਝ ਉਸ ਚੀਲ ਦੇ ਬੱਚੇ ਨੇ ਇਸ ਬਾਰੇ ਦੁਬਾਰਾ ਕਦੇ ਸੋਚਿਆ ਹੀ ਨਹੀਂ। ਇਹ ਸੋਚ ਕੇ ਕਿ ਮੈਂ ਜੋ ਹਾਂ ਉਹੀ ਸੱਚਾਈ ਹੈ। ਆਪਣੇ ਵਿਰਾਸਤ ਤੋਂ ਮਿਲੇ ਗੁਣਾਂ ਤੋਂ ਵਾਂਝਿਤ ਰਹਿ ਕੇ, ਆਪਣੀ ਦੂਰਦ੍ਰਿਸ਼ਟੀ ਦੀ ਕਮੀ ਕਰਕੇ ਉਹ ਮੁਰਗੀ ਵਾਂਗ ਹੀ ਆਪਣੀ ਜ਼ਿੰਦਗੀ ਜੀ ਕੇ ਉਵੇਂ ਹੀ ਮਰ ਗਿਆ। ਕਿੰਨਾ ਭਾਰੀ ਨੁਕਸਾਨ ਹੋਇਆ। ਉਹ ਜਿੱਤਣ ਵਾਸਤੇ ਪੈਦਾ ਹੋਇਆ ਸੀ, ਪਰ ਆਪਣੇ ਨਜ਼ਰੀਏ ਕਾਰਨ ਹਾਰਨ ਵਾਸਤੇ ਤਿਆਰ ਹੋ ਗਿਆ। ਜ਼ਿਆਦਾਤਰ ਲੋਕਾਂ ਨਾਲ ਵੀ ਇਹੋ ਗੱਲ ਘਟਿਤ ਹੁੰਦੀ ਹੈ ਜ਼ਿੰਦਗੀ ਦੀ ਬਦਕਿਸਮਤੀ ਬਾਰੇ। ਜਿਵੇਂ ਕਿ ਓਲੀਵਰ ਵੇਨਡੇਲ ਹੋਮਸ ਨੇ ਕਿਹਾ ਸੀ, ਜ਼ਿਆਦਾਤਰ ਲੋਕ ਆਪਣੇ ਦਿਲ ਵਿੱਚ ਉਮੰਗ ਲਈ ਹੀ ਮਰ ਜਾਂਦੇ ਹਨ। ਅਸੀਂ ਆਪਣੀ ਦੂਰਦ੍ਰਿਸ਼ਟੀ ਦੀ ਕਮੀ ਕਰਕੇ ਹੀ ਆਪਣੀ ਬਿਹਤਰੀ ਹਾਸਲ ਨਹੀਂ ਕਰ ਪਾਉਂਦੇ। ਜੇ ਤੁਸੀਂ ਚੀਲ ਵਾਂਗ ਆਕਾਸ਼ ਵਿੱਚ ਉੱਚਾ ਉੱਡਣਾ ਚਾਹੁੰਦੇ ਹੋ ਤਾਂ ਤੁਹਾਨੂੰ ਚੀਲ ਵਾਂਗ ਹੀ ਉੱਚੇ ਉੱਡਣ ਦੇ ਤਰੀਕੇ ਸਿੱਖਣੇ ਪੈਣਗੇ। ਜੇ ਤੁਸੀਂ ਸਫਲ ਲੋਕਾਂ ਨਾਲ ਜੁੜ ਕੇ ਚੱਲਦੇ ਹੋ ਤਾਂ ਤੁਸੀਂ ਵੀ ਉਹਨਾਂ ਵਰਗੇ ਹੀ ਬਣ ਜਾਓਗੇ। ਜੇ ਤੁਸੀਂ ਵਿਚਾਰਕਾਂ ਨਾਲ ਨੇੜਤਾ ਬਣਾ ਕੇ ਰੱਖਦੇ ਹੋ ਤਾਂ ਤੁਸੀਂ ਵੀ ਵਿਚਾਰਕ ਬਣ ਜਾਂਦੇ ਹੋ। ਜੇ ਤੁਸੀਂ ਦੇਣ ਵਾਲਿਆਂ ਦੇ ਨਜ਼ਦੀਕ ਰਹਿੰਦੇ ਹੋ ਤਾਂ ਤੁਸੀਂ ਵੀ ਉਹਨਾਂ ਵਿੱਚੋਂ ਇੱਕ ਬਣ ਜਾਵੋਗੇ। ਜੇ ਤੁਸੀਂ ਸ਼ਿਕਾਇਤ ਕਰਨ ਵਾਲਿਆਂ ਦੀ ਸੰਗਤ ਵਿੱਚ ਰਹਿੰਦੇ ਹੋ ਤਾਂ ਤੁਸੀਂ ਵੀ ਉਹਨਾਂ ਵਰਗੇ ਹੀ ਬਣ ਜਾਵੋਗੇ। ਜਦ ਲੋਕ ਆਪਣੀ ਜ਼ਿੰਦਗੀ ਵਿੱਚ ਸਫਲਤਾ ਪ੍ਰਾਪਤ ਕਰ ਲੈਂਦੇ ਹਨ ਤਾਂ ਘਟੀਆ ਲੋਕ ਉਹਨਾਂ ਉੱਪਰ ਵਾਰ ਕਰਦੇ ਹਨ ਤੇ ਉਹਨਾਂ ਨੂੰ ਥੱਲੇ ਖਿੱਚਣ ਦੀ ਕੋਸ਼ਿਸ਼ ਕਰਦੇ ਹਨ। ਜੇ ਤੁਸੀਂ ਘਟੀਆ ਲੋਕਾਂ ਨਾਲ ਲੜਾਈ ਝਗੜਾ ਕਰਨ ਤੋਂ ਇਨਕਾਰੀ ਹੋ ਜਾਂਦੇ ਹੋ ਤਾਂ ਤੁਸੀਂ ਜਿੱਤ ਜਾਂਦੇ ਹੋ। ਯੁੱਧ ਕਲਾ ਵਿੱਚ ਸਿਖਾਇਆ ਜਾਂਦਾ ਹੈ ਕਿ ਜੇ ਕੋਈ ਤੁਹਾਡੇ ਉੱਪਰ ਵਾਰ ਕਰਦਾ ਹੈ ਤਾਂ ਉਹਨੂੰ ਰੋਕਣ ਦੀ ਥਾਂ ਤੁਸੀਂ ਉੱਥੋਂ ਹਟ ਜਾਓ। ਕਿਉਂ? ਵਾਰ ਨੂੰ ਰੋਕਣ ਲਈ ਤੁਹਾਨੂੰ ਤਾਕਤ ਦੀ ਲੋੜ ਪੈਂਦੀ ਹੈ। ਤੁਸੀਂ ਇਸੇ ਤਾਕਤ ਨੂੰ ਕਿਸੇ ਚੰਗੀ ਥਾਂ ਇਸਤੇਮਾਲ ਕਿਉਂ ਨਹੀਂ ਕਰਦੇ? ਇਸੇ ਤਰ੍ਹਾਂ ਘਟੀਆ ਲੋਕਾਂ ਨਾਲ ਉਲਝਣ ਲਈ ਤੁਹਾਨੂੰ ਉਹਨਾਂ ਦੇ ਪੱਧਰ 'ਤੇ ਆਉਣਾ ਪੈਂਦਾ ਹੈ। ਇਹੀ ਤਾਂ ਉਹ ਚਾਹੁੰਦੇ ਹਨ, ਕਿਉਂਕਿ ਹੁਣ ਤੁਸੀਂ ਵੀ ਉਹਨਾਂ ਵਰਗੇ ਹੀ ਹੋ ਗਏ ਹੋ। ਘਟੀਆ ਲੋਕਾਂ ਨੂੰ ਆਪਣੇ ਉੱਪਰ ਹਾਵੀ ਨਾ ਹੋਣ ਦਿਓ। ਯਾਦ ਰੱਖੋ, ਇੱਕ ਆਦਮੀ ਦਾ ਚਰਿੱਤਰ ਇਸ ਗੱਲ ਵਿੱਚ ਹੀ ਸਪਸ਼ਟ ਨਹੀਂ ਹੁੰਦਾ ਕਿ ਉਹ ਇਸ ਤਰ੍ਹਾਂ ਦੇ ਲੋਕਾਂ ਨਾਲ ਰਹਿੰਦਾ ਹੈ, ਸਗੋਂ ਇਸ ਗੱਲ ਦਾ ਪ੍ਰਭਾਵ ਵੀ ਉਸ ਦੇ ਚਰਿੱਤਰ ਉੱਪਰ ਪੈਂਦਾ ਹੈ ਕਿ ਉਹ ਕਿਸ ਤਰ੍ਹਾਂ ਦੇ ਲੋਕਾਂ ਤੋਂ ਦੂਰ ਰਹਿੰਦਾ ਹੈ। ਸਿਗਰਟ, ਨਸ਼ਾ ਅਤੇ ਸ਼ਰਾਬ। ਮੇਰੇ ਸ਼ਰਾਬ ਨਾ ਪੀਣ ਦਾ ਇੱਕ ਕਾਰਨ ਇਹ ਹੈ ਕਿ ਮੈਂ ਇਹ ਜਾਣਨਾ ਚਾਹੁੰਦੀ ਹਾਂ ਕਿ ਮੈਂ ਚੰਗਾ ਸਮਾਂ ਕਦ ਗੁਜ਼ਾਰ ਰਹੀ ਹਾਂ। ਲੇਡੀ ਏਸਟਰ। ਸ਼ਰਾਬ ਬੰਦੇ ਦੀ ਝਿਝਕ ਕਰਕੇ ਉਸ ਨੂੰ ਨੁਮਾਇਸ਼ ਦੀ ਵਸਤੂ ਬਣਾ ਦਿੰਦੀ ਹੈ। ਆਪਣੇ ਸਫ਼ਰ ਦੌਰਾਨ ਮੈਨੂੰ ਇਹ ਪਤਾ ਲੱਗਾ ਕਿ ਕੁਝ ਦੇਸ਼ਾਂ ਵਿੱਚ ਸ਼ਰਾਬ ਪੀਣਾ ਸਮਾਂ ਲਗਾਉਣ ਦਾ ਇੱਕ ਮਾਧਿਅਮ ਬਣ ਗਿਆ ਹੈ। ਜੇ ਤੁਸੀਂ ਸ਼ਰਾਬ ਨਹੀਂ ਪੀਂਦੇ ਤਾਂ ਲੋਕ ਤੁਹਾਡੇ ਵੱਲ ਇੰਝ ਵੇਖਦੇ ਹਨ ਜਿਵੇਂ ਤੁਸੀਂ ਕਿਤੇ ਕੁਝ ਗਲਤ ਕੀਤਾ ਹੋਵੇ। ਉਹਨਾਂ ਦਾ ਆਦਰਸ਼ ਇਹ ਹੈ ਕਿ ਜੇ ਤੁਹਾਡੀ ਸਚਾਰ ਚੰਗੀ ਹੈ ਤਾਂ ਇਸ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਤੁਹਾਡੀ ਅੰਗਰੇਜ਼ੀ ਕਿੰਨੀ ਬੁਰੀ ਹੈ। ਜੇ ਇੱਕ ਬੈਂਕ ਵਿੱਚ ਕੰਮ ਕਰਨ ਵਾਲਾ ਉਹਨਾਂ ਤੋਂ ਇਹ ਪੁੱਛੇ ਤੁਹਾਡੀ ਦਿਵਾਲੀਆ ਜਾਇਦਾਦ ਕੀ ਹੈ ਤਾਂ ਉਹ ਸਕਾਚ ਦੀਆਂ 2 ਬੋਤਲਾਂ ਲੈ ਆਉਣਗੇ। ਅੱਜ ਸ਼ਰਾਬ ਅਤੇ ਸਿਗਰਟ ਪੀਣਾ ਸ਼ਾਨੋ ਸ਼ੌਕਤ ਦੀਆਂ ਚੀਜ਼ਾਂ ਬਣ ਗਈਆਂ ਹਨ। ਇਹਨਾਂ ਸਾਰਿਆਂ ਦੀ ਸ਼ੁਰੂਆਤ ਪਹਿਲੀ ਵਾਰ ਤੋਂ ਹੁੰਦੀ ਹੈ। ਜੇ ਤੁਸੀਂ ਕਿਸੇ ਤੋਂ ਪੁੱਛੋ ਕਿ ਉਹ ਸ਼ਰਾਬ ਜਾਂ ਸਿਗਰਟ ਕਿਉਂ ਪੀਂਦਾ ਹੈ ਤਾਂ ਉਹ ਇਸ ਦੇ ਕਈ ਕਾਰਨ ਗਿਣਾ ਦੇਣਗੇ, ਜਿਵੇਂ ਖੁਸ਼ੀ ਮਨਾਉਣ ਲਈ, ਕੋਈ ਤਿਉਹਾਰ ਮਨਾਉਣ ਲਈ, ਮਜ਼ਾ ਕਰਨ ਲਈ, ਮੁਸੀਬਤਾਂ ਨੂੰ ਭੁੱਲਣ ਲਈ, ਆਪਣੇ ਆਪ ਨੂੰ ਆਰਾਮ ਦੇਣ ਲਈ, ਕੋਈ ਨਵਾਂ ਪ੍ਰਯੋਗ ਕਰਨ ਲਈ, ਕਿਸੇ ਨੂੰ ਪ੍ਰਭਾਵਿਤ ਕਰਨ ਲਈ,
ਫੈਸ਼ਨ ਦੇ ਤੌਰ 'ਤੇ, ਮੇਲ ਜੋਲ ਵਾਸਤੇ, ਵਪਾਰਕ ਕਾਰਨਾਂ ਕਰਕੇ ਆਦਿ। ਲੋਕ ਆਪਣੇ ਸਹਿਕਰਮੀਆਂ ਦੇ ਦਬਾਅ ਦਾ ਹਿੱਸਾ ਬਣ ਕੇ ਰਹਿਣਾ ਚਾਹੁੰਦੇ ਹਨ। ਮੈਨੂੰ ਇਹਨਾਂ ਗੱਲਾਂ 'ਤੇ ਬੜੀ ਹੈਰਾਨੀ ਹੁੰਦੀ ਹੈ ਜਿਹੜੇ ਲੋਕ ਆਪਣੀ ਗੱਲ ਮਨਵਾਉਣ ਲਈ ਇਸ ਤਰ੍ਹਾਂ ਦੇ ਸ਼ਬਦ ਇਸਤੇਮਾਲ ਕਰਦੇ ਹਨ। ਕੀ ਤੂੰ ਮੇਰਾ ਦੋਸਤ ਨਹੀਂ? ਥੋੜ੍ਹੇ ਜਿਹੀ ਯਾਤਰਾ ਵਾਸਤੇ ਮੇਰੀ ਸਿਹਤ ਦੇ ਨਾਮ ਉੱਤੇ ਕਿਸੇ ਅਗਿਆਤ ਲੇਖਕ ਦੀ ਇਹ ਕਵਿਤਾ ਇੱਕ ਪੱਕੇ ਸ਼ਰਾਬੀ ਦੀ ਦੁਵਿਧਾ ਨੂੰ ਦਰਸਾਉਂਦੀ ਹੈ। ਮੈਂ ਤੁਹਾਡੀ ਸਿਹਤ ਵਾਸਤੇ ਸ਼ਰਾਬਖਾਨਿਆਂ ਵਿੱਚ ਪੀਤੀ ਹੈ। ਮੈਂ ਤੁਹਾਡੀ ਸਿਹਤ ਵਾਸਤੇ ਆਪਣੇ ਘਰ ਵਿੱਚ ਪੀਤੀ ਹੈ। ਮੈਂ ਤੁਹਾਡੀ ਸਿਹਤ ਵਾਸਤੇ ਇੰਨੀ ਜ਼ਿਆਦਾ ਵਾਰ ਪੀਤੀ ਹੈ ਕਿ ਪੀ ਕੇ ਮੈਂ ਆਪਣੀ ਸਿਹਤ ਨੂੰ ਨਸ਼ਟ ਕਰ ਦਿੱਤਾ ਹੈ। ਸ਼ਰਾਬ ਪੀ ਕੇ ਗੱਡੀ ਚਲਾਉਣਾ ਤੁਹਾਡੀ ਜ਼ਿੰਦਗੀ ਨੂੰ ਮਹਿੰਗਾ ਪੈ ਸਕਦਾ ਹੈ। ਜੈਰੀ ਜੌਨਸਨ ਨੇ ਆਪਣੀ ਕਿਤਾਬ ਇਟ ਇਜ਼ ਕਿਲਿੰਗ ਆਵਰ ਕਿਡਸ ਦੇ ਅਮਰੀਕੀ ਹਸਪਤਾਲ ਸੰਗਠਨ ਵਿੱਚ ਦਰਜ ਇੱਕ ਰਿਪੋਰਟ ਦੇ ਹਵਾਲੇ ਨਾਲ ਇਹ ਲਿਖਿਆ ਹੈ ਕਿ ਸਾਰੇ ਹਸਪਤਾਲਾਂ ਵਿੱਚ ਭਰਤੀ ਲੋਕਾਂ ਵਿੱਚੋਂ ਅੱਧੇ ਸ਼ਰਾਬ ਪੀਣ ਵਾਲੇ ਹਨ ਅਤੇ ਰਾਸ਼ਟਰੀ ਸੁਰੱਖਿਆ ਪਰਿਸ਼ਦ ਦੇ 1999 ਦੁਰਘਟਨਾ ਤੱਥ ਅਨੁਛੇਦ ਮੁਤਾਬਿਕ ਹਰ 60 ਸੈਕਿੰਡ ਵਿੱਚ ਇੱਕ ਬੰਦਾ ਸ਼ਰਾਬ ਦੇ ਕਾਰਨ ਦੁਰਘਟਨਾ ਵਿੱਚ ਜ਼ਖਮੀ ਹੁੰਦਾ ਹੈ। ਅਸ਼ਲੀਲ ਸਾਹਿਤ ਔਰਤਾਂ ਅਤੇ ਬੱਚਿਆਂ ਨੂੰ ਮਨੁੱਖੀ ਪੱਧਰ ਤੋਂ ਥੱਲੇ ਗਿਰਾਉਣ ਤੋਂ ਵੱਧ ਹੋਰ ਕੁਝ ਨਹੀਂ ਹੈ। ਅਸ਼ਲੀਲ ਸਾਹਿਤ ਦੇ परिणाम ਇਹ ਹਨ: ਔਰਤਾਂ ਨੂੰ ਮਨੁੱਖੀ ਪੱਧਰ ਤੋਂ ਥੱਲੇ ਗਿਰਾਉਂਦਾ ਹੈ, ਬੱਚਿਆਂ ਨੂੰ ਆਪਣਾ ਸ਼ਿਕਾਰ ਬਣਾਉਂਦਾ ਹੈ, ਸ਼ਾਦੀशुदा ਜ਼ਿੰਦਗੀ ਨੂੰ ਨਸ਼ਟ ਕਰ ਦਿੰਦੀ ਹੈ, ਯੌਨ ਸੰਬੰਧੀ ਅਤਿਆਚਾਰਾਂ ਨੂੰ ਵਧਾਉਂਦੀ ਹੈ, ਆਦਰਸ਼ਕ ਅਤੇ ਨੈਤਿਕ ਕਦਰਾਂ ਕੀਮਤਾਂ ਦਾ ਮਜ਼ਾਕ ਬਣਾਉਂਦਾ ਹੈ, ਵਿਅਕਤੀਆਂ, ਪਰਿਵਾਰਾਂ ਅਤੇ ਸਮਾਜ ਨੂੰ ਬਰਬਾਦ ਕਰਦੀ ਹੈ। ਅਮਰੀਕਾ ਵਿੱਚ ਹਰ 46 ਸੈਕਿੰਡ ਵਿੱਚ ਇੱਕ ਔਰਤ ਦਾ ਬਲਾਤਕਾਰ ਕੀਤਾ ਜਾਂਦਾ ਹੈ। ਡਾਕਟਰ ਵਿਲੀਅਮ ਮਾਰਸ਼ਲ ਦੇ ਅਨੁਸਾਰ 86% ਬਲਾਤਕਾਰੀ ਇਹ ਮੰਨਦੇ ਹਨ ਕਿ ਉਹ ਅਸ਼ਲੀਲ ਸਾਹਿਤ ਪੜ੍ਹਦੇ ਸਨ। ਇਸ ਦੇ ਨਾਲ ਹੀ 57% ਲੋਕਾਂ ਨੇ ਇਹ ਸਵੀਕਾਰ ਕੀਤਾ ਹੈ ਕਿ ਉਹਨਾਂ ਨੇ ਯੌਨ ਅਪਰਾਧ ਕਰਨ ਵਿੱਚ ਅਸ਼ਲੀਲ ਦ੍ਰਿਸ਼ਾਂ ਦੀ ਨਕਲ ਕੀਤੀ ਸੀ। ਇਹ ਦੇਖ ਕੇ ਦੁੱਖ ਹੁੰਦਾ ਹੈ ਕਿ ਲੋਕ ਕਿੰਨਾ ਨੀਵਾਂ ਡਿੱਗ ਪੈਂਦੇ ਹਨ ਜਿਹੜੇ ਪੈਸਾ ਕਮਾਉਣ ਲਈ ਅਸ਼ਲੀਲ ਸਾਹਿਤ ਦਾ ਵਪਾਰ ਕਰਦੇ ਹਨ, ਅਤੇ ਉਹਨਾਂ ਘਟੀਆ ਲੋਕਾਂ ਬਾਰੇ ਕੀ ਕਹੀਏ ਜਿਹੜੇ ਇਸ ਨੂੰ ਖਰੀਦ ਲੈਂਦੇ ਹਨ। ਘਟੀਆ ਫਿਲਮਾਂ ਅਤੇ ਟੈਲੀਵਿਜ਼ਨ ਪ੍ਰੋਗਰਾਮ। ਅੱਜ ਦੇ ਬੱਚੇ ਆਪਣੇ ਨਜ਼ਰੀਏ ਅਤੇ ਸੰਸਕਾਰ ਕਿਤੇ ਹੋਰ ਨਾਲੋਂ ਜ਼ਿਆਦਾ ਫਿਲਮਾਂ ਅਤੇ ਟੀਵੀ ਕੋਲੋਂ ਸਿੱਖਦੇ ਹਨ। ਜੈਰੀ ਜੌਨਸਨ ਦੀ ਕਿਤਾਬ ਇਟ ਇਜ਼ ਕਿਲਿੰਗ ਆਵਰ ਕਿਡਸ ਦੇ ਮੁਤਾਬਕ ਇਹ ਅਨੁਮਾਨ ਲਗਾਇਆ ਗਿਆ ਹੈ ਕਿ ਅਮਰੀਕਾ ਵਿੱਚ ਜਦੋਂ ਇੱਕ ਬੱਚਾ ਹਾਈ ਸਕੂਲ ਪਾਸ ਕਰਦਾ ਹੈ ਤਦ ਤੱਕ ਉਹ ਟੀਵੀ ਦੇ 20,000 ਘੰਟੇ ਦੇ ਪ੍ਰੋਗਰਾਮ ਦੇਖ ਚੁੱਕਿਆ ਹੁੰਦਾ ਹੈ, ਜਿਨ੍ਹਾਂ ਵਿੱਚ 15,000 ਘੰਟੇ ਕਤਲ ਅਤੇ ਸ਼ਰਾਬ ਨਾਲ ਸੰਬੰਧਿਤ ਲਗਭਗ 1 ਲੱਖ ਵਿਗਿਆਪਨ ਸ਼ਾਮਲ ਹੁੰਦੇ ਹਨ। ਉਹ ਇਸ ਗੱਲ ਦਾ ਪ੍ਰਚਾਰ ਕਰਦੇ ਹਨ ਕਿ ਸ਼ਰਾਬ ਪੀਣਾ ਆਪਣੇ ਆਪ ਵਿੱਚ ਇੱਕ ਮਜ਼ੇਦਾਰ ਗੱਲ ਹੈ ਅਤੇ ਸਿਗਰਟ ਪੀਣਾ ਸ਼ਾਨ ਦੀ ਗੱਲ ਹੈ ਅਤੇ ਨਸ਼ਾ ਲੈਣਾ ਤਾਂ ਅੱਜ ਕੱਲ੍ਹ ਆਮ ਗੱਲ ਹੈ। ਇਹਦੇ ਵਿੱਚ ਕੋਈ ਹੈਰਾਨੀ ਦੀ ਗੱਲ ਨਹੀਂ ਕਿ ਜੁਰਮ ਦਰ ਇੰਨਾ ਵੱਧ ਰਿਹਾ ਹੈ। ਰੋਜ਼ ਆਉਣ ਵਾਲੇ ਟੀਵੀ ਨਾਟਕਾਂ ਵਿੱਚ ਵਿਆਹ ਤੋਂ ਪਹਿਲਾਂ ਦੇ ਸ਼ਾਦੀशुदा ਜੀਵਨ ਅਤੇ ਨਜਾਇਜ਼ ਸਬੰਧਾਂ ਬਾਰੇ ਮਾਣ ਨਾਲ ਵਿਖਾਇਆ ਜਾਂਦਾ ਹੈ। ਇਹਦੇ ਵਿੱਚ ਕੋਈ ਹੈਰਾਨੀ ਨਹੀਂ ਕਿ ਰਿਸ਼ਤਿਆਂ ਵਿੱਚ ਵਚਨਬੱਧਤਾ ਘੱਟ ਹੁੰਦੀ ਜਾ ਰਹੀ ਹੈ ਅਤੇ ਤਲਾਕ ਲੈਣ ਦੀ ਦਰ ਵੱਧਦੀ ਜਾ ਰਹੀ ਹੈ। ਇਹਨਾਂ ਸਾਰੀਆਂ ਗੱਲਾਂ ਦੇ ਪ੍ਰਭਾਵ ਵਿੱਚ ਆਉਣ ਵਾਲੇ ਦਰਸ਼ਕ ਆਪਣੀ ਜ਼ਿੰਦਗੀ ਦੇ ਆਦਰਸ਼ਕ ਸਤਰ ਅਤੇ ਮਾਪਦੰਡ ਉਹੀ ਬਣਾ ਲੈਂਦੇ ਹਨ ਜਿਹੜੇ ਉਹ ਸੰਚਾਰ ਮਾਧਿਅਮ ਦੇ ਜ਼ਰੀਏ ਦੇਖਦੇ ਅਤੇ ਸੁਣਦੇ ਹਨ। ਚਾਹੇ ਕੋਈ ਵੀ ਹੋਵੇ, ਅਸੀਂ ਸਾਰੇ ਵੱਖ-ਵੱਖ ਪੱਧਰ 'ਤੇ ਇਹਨਾਂ ਤੋਂ ਪ੍ਰਭਾਵਿਤ ਹੁੰਦੇ ਹਾਂ। ਅਪਸ਼ਬਦਾਂ ਦਾ ਪ੍ਰਯੋਗ ਇਹ ਦਰਸਾਉਂਦਾ ਹੈ ਕਿ ਅਸੀਂ ਆਪਣੇ ਆਪ ਉੱਤੇ ਅਨੁਸ਼ਾਸਨ ਤੇ ਕਾਬੂ ਨਹੀਂ ਰੱਖ ਸਕਦੇ। ਰੌਕ ਸੰਗੀਤ। ਕੁਝ ਪ੍ਰਸਿੱਧ ਜਾਂ ਲੋਕਪ੍ਰਿਯ ਗੀਤਾਂ ਦੀਆਂ ਪੰਕਤੀਆਂ ਬਹੁਤ ਅਸ਼ਲੀਲ ਸ਼ਬਦਾਂ ਨਾਲ ਭਰੀਆਂ ਹੁੰਦੀਆਂ ਹਨ, ਜਿਹੜੇ ਗੀਤਾਂ ਨੂੰ ਸੁਣਨ ਅਤੇ ਦੇਖਣ ਵਿੱਚ ਸਾਡੇ ਅਵਚੇਤਨ ਮਨ 'ਤੇ ਪ੍ਰਭਾਵ ਪੈਂਦਾ ਹੈ। 7ਵਾਂ ਕਦਮ। ਜਿਨ੍ਹਾਂ ਕੰਮਾਂ ਨੂੰ ਕਰਨਾ ਜ਼ਰੂਰੀ ਹੈ ਉਹਨਾਂ ਨੂੰ ਪਸੰਦ ਕਰਨਾ ਸਿੱਖੋ। ਸਾਨੂੰ ਪਸੰਦ ਆਵੇ ਜਾਂ ਨਾ ਆਵੇ, ਕੁਝ ਕੰਮਾਂ ਨੂੰ ਸਾਨੂੰ ਕਰਨਾ ਹੀ ਪੈਂਦਾ ਹੈ। ਜਿਵੇਂ ਮਾਵਾਂ ਆਪਣੇ ਬੱਚਿਆਂ ਦੀ ਦੇਖਭਾਲ ਕਰਦੀਆਂ ਹਨ, ਉਹ ਕੰਮ ਮਜ਼ਾਕ ਜਾਂ ਖੇਡ ਨਾ ਹੋ ਕੇ ਦੁਖਦਾਇਕ ਵੀ ਹੋ ਸਕਦੇ ਹਨ, ਪਰ ਜੇ ਅਸੀਂ ਆਪਣੇ ਕੰਮ ਨੂੰ ਪਸੰਦ ਕਰਨਾ ਸਿੱਖ ਲਈਏ ਤਾਂ ਅਸੰਭਵ ਵੀ ਸੰਭਵ ਬਣ ਜਾਂਦਾ ਹੈ। ਜਿਹੜਾ ਜ਼ਰੂਰੀ ਹੈ ਉਸ ਤੋਂ ਹੀ ਸ਼ੁਰੂਆਤ ਕਰੋ, ਫਿਰ ਜਿਹੜਾ ਸੰਭਵ ਹੈ ਉਹ ਕਰੋ ਤੇ ਅਚਾਨਕ ਤੁਹਾਨੂੰ ਲੱਗੇਗਾ ਕਿ ਤੁਸੀਂ ਅਸੰਭਵ ਕੰਮ ਵੀ ਕਰਨ ਲੱਗ ਪਏ ਹੋ। 8ਵਾਂ ਕਦਮ। ਦਿਨ ਦੀ ਸ਼ੁਰੂਆਤ ਚੰਗੇ ਤਰੀਕੇ ਨਾਲ ਕਰੋ। ਆਪਣੇ ਦਿਨ ਦੀ ਸ਼ੁਰੂਆਤ ਕੋਈ ਚੰਗਾ ਪੜ੍ਹਨ ਅਤੇ ਸੁਣਨ ਤੋਂ ਕਰੋ। ਰਾਤ ਵਿੱਚ ਚੰਗੀ ਨੀਂਦ ਆਉਣ 'ਤੇ ਅਸੀਂ ਆਰਾਮਦਾਇਕ ਮਹਿਸੂਸ ਕਰਦੇ ਹਾਂ ਤੇ ਜਿਸ ਨੂੰ ਸਾਡਾ ਅਵਚੇਤਨ ਮਨ ਸਵੀਕਾਰ ਕਰਨ ਲਈ ਤਿਆਰ ਹੋ ਜਾਂਦਾ ਹੈ। ਇਹ ਸਾਨੂੰ ਸਾਰੇ ਦਿਨ ਇੱਕ ਸੁਰ ਵਿੱਚ ਰੱਖਦਾ ਹੈ ਅਤੇ ਸਾਨੂੰ ਇੱਕ ਸਹੀ ਸਾਂਚੇ ਵਿੱਚ ਢਾਲਦਾ ਹੈ ਤਾਂ ਜੋ ਅਸੀਂ ਹਰ ਦਿਨ ਨੂੰ ਚੰਗੀ ਤਰ੍ਹਾਂ ਬਣਾ ਸਕੀਏ।
ਪਰਿਵਰਤਨ ਲਿਆਉਣ ਲਈ ਸਾਨੂੰ ਸੁਚੇਤ ਹੋ ਕੇ ਚੰਗੇ ਨਜ਼ਰੀਏ ਅਤੇ ਚੰਗੇ ਵਿਹਾਰ ਨੂੰ ਆਪਣੀ ਜ਼ਿੰਦਗੀ ਦਾ ਇੱਕ ਹਿੱਸਾ ਬਣਾਉਣ ਲਈ ਲਗਾਤਾਰ ਕੋਸ਼ਿਸ਼ ਕਰਨੀ ਚਾਹੀਦੀ ਹੈ ਅਤੇ ਉਸ ਦੇ ਵਚਨਬੱਧ ਹੋਣਾ ਪਵੇਗਾ। ਇਹ ਕੋਸ਼ਿਸ਼ ਤਦ ਤੱਕ ਜਾਰੀ ਰੱਖਣੀ ਚਾਹੀਦੀ ਹੈ ਜਦ ਤੱਕ ਸਾਡੀ ਸੋਚ ਅਤੇ ਵਿਹਾਰ ਸਾਡੀ ਆਦਤ ਨਾ ਬਣ ਜਾਵੇ। ਹਾਰਵਰਡ ਯੂਨੀਵਰਸਿਟੀ ਦੇ ਵਿਲੀਅਮ ਜੇਮਸ ਦਾ ਕਹਿਣਾ ਹੈ, ਜੇ ਤੁਸੀਂ ਆਪਣੀ ਜ਼ਿੰਦਗੀ ਵਿੱਚ ਬਦਲਾਵ ਲਿਆਉਣ ਬਾਰੇ ਸੋਚ ਰਹੇ ਹੋ ਤਾਂ ਇਹ ਕੰਮ ਛੇਤੀ ਅਤੇ ਉਤਸ਼ਾਹ ਨਾਲ ਸ਼ੁਰੂ ਕਰ ਦੇਣਾ ਚਾਹੀਦਾ ਹੈ। ਜਿੱਤਣ ਵਾਲੇ ਅਤੇ ਹਾਰ ਪ੍ਰਾਪਤ ਕਰਨ ਵਾਲੇ ਵਿੱਚ ਅੰਤਰ। ਜਿੱਤਣ ਵਾਲਾ ਹਮੇਸ਼ਾ ਹੱਲ ਦਾ ਅੰਗ ਹੁੰਦਾ ਹੈ। ਹਾਰ ਪ੍ਰਾਪਤ ਕਰਨ ਵਾਲਾ ਸਦਾ ਸਮੱਸਿਆ ਦਾ ਅੰਗ ਹੁੰਦਾ ਹੈ। ਵਿਜੇਤਾ ਕੋਲ ਹਮੇਸ਼ਾ ਇੱਕ ਪ੍ਰੋਗਰਾਮ ਹੁੰਦਾ ਹੈ। ਹਾਰਨ ਵਾਲੇ ਬੰਦੇ ਕੋਲ ਕੰਮ ਨਾ ਕਰਨ ਦਾ ਬਹਾਨਾ ਹੁੰਦਾ ਹੈ। ਜਿੱਤਣ ਵਾਲਾ ਕਹਿੰਦਾ ਹੈ ਮੈਂ ਤੁਹਾਡੇ ਲਈ ਕਰ ਦਿੰਦਾ ਹਾਂ। ਹਾਰਨ ਵਾਲਾ ਕਹਿੰਦਾ ਹੈ ਇਹ ਮੇਰਾ ਕੰਮ ਨਹੀਂ। ਵਿਜੇਤਾ ਹਰ ਸਮੱਸਿਆ ਦਾ ਹੱਲ ਲੱਭ ਲੈਂਦਾ ਹੈ। ਹਾਰਨ ਵਾਲੇ ਕੋਲ ਹਰ ਸਮਾਧਾਨ ਦੀ ਸਮੱਸਿਆ ਹੈ। ਵਿਜੇਤਾ ਦਾ ਕਹਿਣਾ ਹੈ ਇਹ ਮੁਸ਼ਕਲ ਹੋ ਸਕਦਾ ਹੈ ਪਰ ਕਰਨਾ ਸੰਭਵ ਹੈ। ਹਾਰ ਜਾਣ ਵਾਲਾ ਕਹਿੰਦਾ ਹੈ ਇਹ ਸੰਭਵ ਤਾਂ ਹੋ ਸਕਦਾ ਹੈ ਪਰ ਹੈ ਬਹੁਤ ਮੁਸ਼ਕਲ। ਜਦੋਂ ਵਿਜੇਤਾ ਕੋਈ ਗਲਤੀ ਕਰਦਾ ਹੈ ਤਾਂ ਉਹ ਕਹਿੰਦਾ ਹੈ ਮੈਂ ਗਲਤ ਸੀ। ਜਦੋਂ ਹਾਰ ਪ੍ਰਾਪਤ ਕਰਨ ਵਾਲਾ ਬੰਦਾ ਗਲਤੀ ਕਰਦਾ ਹੈ ਤਾਂ ਉਹ ਕਹਿੰਦਾ ਹੈ ਕਿ ਇਹਦੇ ਵਿੱਚ ਮੇਰਾ ਕੋਈ ਦੋਸ਼ ਨਹੀਂ। ਇੱਕ ਜਿੱਤ ਪ੍ਰਾਪਤ ਕਰਨ ਵਾਲਾ ਆਪਣੇ ਵਾਅਦਿਆਂ 'ਤੇ ਕਾਇਮ ਰਹਿੰਦਾ ਹੈ। ਇੱਕ ਹਾਰਨ ਵਾਲਾ ਮਨੁੱਖ ਸਿਰਫ ਵਾਅਦੇ ਹੀ ਕਰਦਾ ਹੈ। ਵਿਜੇਤਾ ਜਿੱਤ ਦੇ ਸੁਪਨੇ ਲੈਂਦਾ ਹੈ। ਹਾਰਨ ਵਾਲਾ ਕੇਵਲ ਯੋਜਨਾਵਾਂ ਬਣਾਉਂਦਾ ਹੈ। ਵਿਜੇਤਾ ਕਹਿੰਦਾ ਹੈ ਮੈਨੂੰ ਜ਼ਰੂਰ ਕੁਝ ਕਰਨਾ ਚਾਹੀਦਾ ਹੈ। ਹਾਰ ਜਾਣ ਵਾਲਾ ਕਹਿੰਦਾ ਹੈ ਕੁਝ ਜ਼ਰੂਰ ਹੋਣਾ ਚਾਹੀਦਾ ਹੈ। ਵਿਜੇਤਾ ਇੱਕ ਸਮੂਹ ਦਾ ਹਿੱਸਾ ਹੁੰਦੇ ਹਨ। ਹਾਰਨ ਵਾਲੇ ਲੋਕ ਸਮੂਹ ਦੇ ਹਿੱਸੇ ਹੁੰਦੇ ਹਨ। ਵਿਜੇਤਾ ਹਮੇਸ਼ਾ ਮੁਨਾਫੇ ਵੱਲ ਵੇਖਦੇ ਹਨ। ਹਾਰਨ ਵਾਲੇ ਹਮੇਸ਼ਾ ਤਕਲੀਫਾਂ ਵੱਲ ਵੇਖਦੇ ਹਨ। ਵਿਜੇਤਾ ਆਪਣੀ ਅਤੇ ਦੂਜਿਆਂ ਦੀ ਜਿੱਤ ਵਿੱਚ ਵਿਸ਼ਵਾਸ ਰੱਖਦੇ ਹਨ। ਅਸਫਲ ਵਿਅਕਤੀ ਆਪਣੀ ਜਿੱਤ ਵਾਸਤੇ ਕਿਸੇ ਹੋਰ ਦੀ ਹਾਰ ਵਿੱਚ ਵਿਸ਼ਵਾਸ ਰੱਖਦੇ ਹਨ। ਵਿਜੇਤਾ ਲੋਕ ਕੇਵਲ ਹੁਣ ਤੱਕ ਦੀ ਤਾਕਤ ਨੂੰ ਧਿਆਨ ਵਿੱਚ ਰੱਖਦੇ ਹਨ। ਹਾਰ ਜਾਣ ਵਾਲੇ ਆਪਣੇ ਬੀਤੇ ਹੋਏ ਕੱਲ੍ਹ ਨੂੰ ਵੇਖਦੇ ਹਨ। ਵਿਜੇਤਾ ਇੱਕ ਥਰਮੋਸਟੇਟ ਵਰਗੇ ਹੁੰਦੇ ਹਨ ਜਿਹੜੇ ਆਪਣੇ ਤਾਪ ਨੂੰ ਘਟਾਉਣਾ ਜਾਂ ਵਧਾਉਣਾ ਜਾਣਦੇ ਹਨ। ਹਾਰ ਜਾਣ ਵਾਲੇ ਥਰਮਾਮੀਟਰ ਵਰਗੇ ਹੁੰਦੇ ਹਨ ਜਿਹੜੇ ਆਪਣੇ ਤਾਪਮਾਨ ਨੂੰ ਮਾਪ ਸਕਦੇ ਹਨ, ਘਟਾ ਵਧਾ ਨਹੀਂ ਸਕਦੇ। ਵਿਜੇਤਾ ਸੋਚ ਕੇ ਕਹਿੰਦੇ ਹਨ। ਹਾਰ ਜਾਣ ਵਾਲੇ ਕਹਿ ਕੇ ਸੋਚਦੇ ਹਨ। ਵਿਜੇਤਾ ਠੋਸ ਦਲੀਲਾਂ ਬੜੀ ਨਿਮਰਤਾ ਨਾਲ ਕਰਦੇ ਹਨ। ਹਾਰ ਜਾਣ ਵਾਲੇ ਕੱਚੀਆਂ ਦਲੀਲਾਂ ਰੁੱਖੇ ਸ਼ਬਦਾਂ ਵਿੱਚ ਦਿੰਦੇ ਹਨ। ਵਿਜੇਤਾ ਆਪਣੇ ਆਦਰਸ਼ਾਂ 'ਤੇ ਪੱਕੇ ਰਹਿੰਦੇ ਹਨ ਜਦ ਤੱਕ ਤੁੱਛ ਗੱਲਾਂ ਵਾਸਤੇ ਸਮਝੌਤਾ ਕਰ ਲੈਂਦੇ ਹਨ। ਹਾਰ ਜਾਣ ਵਾਲੇ ਛੋਟੀਆਂ ਗੱਲਾਂ ਨੂੰ ਅਹਿਮੀਅਤ ਦੇ ਕੇ ਆਪਣੇ ਆਦਰਸ਼ਾਂ ਨਾਲ ਸਮਝੌਤਾ ਕਰ ਲੈਂਦੇ ਹਨ। ਵਿਜੇਤਾ ਸਹਾਨੁਭੂਤੀ ਦੇ ਇੱਕ ਵਿਚਾਰ ਉੱਪਰ ਅਮਲ ਕਰਦਾ ਹੈ। ਦੂਜਿਆਂ ਲਈ ਉਹ ਨਾ ਕਰੋ ਜਿਹੜਾ ਆਪਣੇ ਲਈ ਦੂਸਰਿਆਂ ਕੋਲੋਂ ਨਹੀਂ ਕਰਵਾਉਣਾ ਚਾਹੁੰਦੇ। ਹਾਰ ਜਾਣ ਵਾਲੇ ਇਸ ਵਿਚਾਰ ਨੂੰ ਨਾਲ ਲੈ ਕੇ ਚੱਲਦੇ ਹਨ ਕਿ ਇਸ ਤੋਂ ਪਹਿਲਾਂ ਕਿ ਦੂਜਾ ਤੁਹਾਡੇ ਨਾਲ ਕੁਝ ਕਰੇ ਤੁਸੀਂ ਉਸ ਤੋਂ ਪਹਿਲਾਂ ਹੀ ਉਸ ਨੂੰ ਕੁਝ ਕਰ ਦਿਓ। ਵਿਜੇਤਾ ਕੁਝ ਕਰਕੇ ਦਿਖਾਉਂਦੇ ਹਨ। ਹਾਰ ਜਾਣ ਵਾਲੇ ਕਿਸੇ ਚੀਜ਼ ਦਾ ਆਪਣੇ ਆਪ ਹੀ ਹੋ ਜਾਣ ਵਿੱਚ ਵਿਸ਼ਵਾਸ ਰੱਖਦੇ ਹਨ। ਵਿਜੇਤਾ ਜਿੱਤਣ ਵਾਸਤੇ ਯੋਜਨਾ ਬਣਾਉਂਦੇ ਅਤੇ ਪੂਰੀ ਤਿਆਰੀ ਕਰਦੇ ਹਨ। ਪੂਰੀ ਤਿਆਰੀ ਇੱਥੇ ਸਭ ਤੋਂ ਮਹੱਤਵਪੂਰਨ ਸ਼ਬਦ ਹੈ। ਵਿਜੇਤਾ ਬਣੋ ਜ਼ਰੂਰੀ ਕਦਮ। ਪਹਿਲਾਂ ਦੱਸੇ ਗਏ 8 ਕਦਮਾਂ ਦੇ ਨਾਲ ਹੀ ਮੈਂ ਅਧਿਆਇ ਨੂੰ ਇੱਥੇ ਹੀ ਖ਼ਤਮ ਕਰਨਾ ਚਾਹਾਂਗਾ। ਇੱਕ ਚੰਗੀ ਤਲਾਸ਼ ਕਰਨ ਵਾਲਾ ਬਣੋ। ਕੰਮ ਨੂੰ ਉਸੇ ਵੇਲੇ ਕਰਨ ਦੀ ਆਦਤ ਪਾਓ। ਧੰਨਵਾਦੀ ਕਹਿਣ ਦੀ ਸੋਚ ਅਪਣਾਓ। ਲਗਾਤਾਰ ਸਿੱਖਦੇ ਰਹਿਣ ਦੀ ਆਦਤ ਪਾਓ। ਚੰਗੀ ਅਣਖ ਦਾ ਨਿਰਮਾਣ ਕਰੋ। ਨਾ ਪੱਖੀ ਪ੍ਰਭਾਵਾਂ ਤੋਂ ਦੂਰ ਰਹੋ। ਜਿਹੜੀ ਚੀਜ਼ ਬਹੁਤ ਜ਼ਰੂਰੀ ਹੈ ਉਸ ਨੂੰ ਪਸੰਦ ਕਰਨਾ ਸਿੱਖੋ। ਆਪਣੇ ਦਿਨ ਦੀ ਸ਼ੁਰੂਆਤ ਚੰਗੇ ਤਰੀਕੇ ਨਾਲ ਕਰੋ। ਧੰਨਵਾਦ। ਇਹਨਾਂ 8 ਤੱਤਾਂ ਨੂੰ 3x5 ਤਾਲਿਕਾ ਕਾਰਡ ਉੱਪਰ ਲਿਖ ਲਵੋ ਅਤੇ ਇਸ ਨੂੰ ਰੋਜ਼ਾਨਾ ਅਗਲੇ 21 ਦਿਨ ਤੱਕ ਪੜ੍ਹੋ। ਅਗਲੇ 30 ਮਿੰਟ ਵਿੱਚ ਹੇਠ ਲਿਖੇ ਪ੍ਰਸ਼ਨ ਦਾ ਉੱਤਰ ਦਿਓ। ਤੁਸੀਂ ਇਹਨਾਂ 8 ਕਦਮਾਂ ਦਾ ਪ੍ਰਯੋਗ ਕਿਵੇਂ ਕਰ ਸਕਦੇ ਹੋ? ਘਰ, ਦਫ਼ਤਰ ਅਤੇ ਸਮਾਜ। ਤੁਸੀਂ ਜਿਨ੍ਹਾਂ ਆਦਤਾਂ ਨੂੰ ਪਰਿਵਰਤਨ ਲਿਆਉਣਾ ਚਾਹੁੰਦੇ ਹੋ ਉਹਨਾਂ ਦੀ ਇੱਕ ਸੂਚੀ ਤਿਆਰ ਕਰੋ। ਉਸ ਤੋਂ ਬਾਅਦ ਹਰੇਕ ਪਰਿਵਰਤਨ ਤੋਂ ਆਪਣੇ ਅਤੇ ਦੂਜਿਆਂ ਨੂੰ ਹੋਣ ਵਾਲੇ ਫਾਇਦਿਆਂ ਦੀ ਲਿਸਟ ਬਣਾਓ। ਹੁਣ ਇੱਕ ਸਮਾਂ ਸੂਚੀ ਬਣਾਓ ਅਤੇ ਬਦਲਾਵ ਲਿਆਉਣ ਲਈ ਆਪਣੇ ਆਪ ਨੂੰ ਪ੍ਰਤੀਬੰਧ ਕਰੋ। ਸੋ ਦੋਸਤੋ, ਇੱਥੇ ਫਸਟ ਲੈਸਨ ਸਮਾਪਤ ਹੈ। ਉੱਪਰ ਲਿਖੇ 8 ਕਦਮਾਂ ਨੂੰ ਕਿਸੇ ਨੋਟਬੁੱਕ ਉੱਪਰ ਨੋਟ ਕਰੋ ਅਤੇ ਆਪਣੇ ਜੀਵਨ ਵਿੱਚ ਹੌਲੀ-ਹੌਲੀ ਧਾਰਨ ਕਰਦੇ ਰਹੋ। ਸੋ ਮਿਲਦੇ ਹਾਂ ਅਗਲੇ ਚੈਪਟਰ ਵਿੱਚ। ਵੀਡੀਓ ਨੂੰ ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੀ। ਧੰਨਵਾਦ।